ਵਾਰ ਸੋਹੀ ਕੀ ਸ਼ਲੋਕਾਂ ਨਾਲ ਮਹਿਲਾ ਤੀਜਾ। ਸ਼ਲੋਕ ਮਹਿਲਾ ਤੀਜਾ। ਸੂਹੈ ਵੇਸ਼ ਦੁਹਾਗਣੀ ਪਰ ਫਿਰ ਰਾਵਣ ਜਾਏ, ਫਿਰ ਛੋੜਿਆ ਘਰ ਆਪਣੇ ਮੋਹੀ ਦੂਜੇ ਪਾਏ। ਗੁਰਦੇਵ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਦੁਨਿਆਵੀ ਇੱਕ ਮਿਸਾਲ ਲੈ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਿਵੇਂ ਮਨੁੱਖ ਸੱਚ ਦੇ ਨਾਲੋਂ ਟੁੱਟ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਰਹਿੰਦਾ ਹੈ। ਤਾਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਸੂਹੈ ਵੇਸ਼ ਦੁਹਾਗਣੀ। ਸੂਹੇ ਦਾ ਮਤਲਬ ਲਾਲ ਰੰਗ ਜੋ ਚਮਕਦਾਰ ਹੈ, ਔਰ ਸੂਹਾ ਇੱਥੇ ਰੰਗ ਕਸੁੰਬੇ ਦੇ ਰੰਗ ਨੂੰ ਕਿਹਾ ਹੈ ਜੋ ਫਿੱਕਾ ਛੇਤੀ ਪੈ ਜਾਂਦਾ ਹੈ। ਵੇਸ਼ ਦਾ ਮਤਲਬ ਵੇਸ ਵਿੱਚ, ਸੂਹੇ ਵੇਸ਼ ਦਾ ਮਤਲਬ ਸੂਹੇ ਵੇਸ ਵਿੱਚ, ਰਾਵਣ ਜਾਏ ਦਾ ਮਤਲਬ ਭੋਗਣ ਜਾਂਦੀ ਹੈ। ਹੁਣ ਸੂਹਾ ਵੇਸ਼ ਆਮ ਕਰਕੇ ਵਿਆਹ ਸ਼ਾਦੀ ਵਾਲੀਆਂ ਔਰਤਾਂ ਪਾਉਂਦੀਆਂ ਹਨ, ਜਿਹਨੂੰ ਰਾਣੀ ਰੰਗ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਕੋਈ ਔਰਤ ਸ਼ਾਦੀशुदा ਹੋਵੇ ਔਰ ਉਸਨੇ ਸੁਰਖ ਕੱਪੜੇ ਲਾਲ ਰੰਗ ਦੇ ਪਾਏ ਹੋਏ ਹੋਣ, ਲੇਕਿਨ ਉਹਦਾ ਸੰਬੰਧ ਕਿਸੇ ਹੋਰ ਪੁਰਸ਼ ਦੇ ਨਾਲ ਹੋਵੇ, ਆਪਣੇ ਪਤੀ ਦੀ ਬਜਾਏ ਹੋਰ ਪੁਰਸ਼ ਦੇ ਨਾਲ ਉਹਦਾ ਸੰਗ ਹੋਵੇ, ਫਿਰ ਛੋੜਿਆ ਘਰ ਆਪਣੇ ਮੋਹੀ ਦੂਜੇ ਪਾਏ। ਆਪਣੇ ਘਰ ਦੇ ਅੰਦਰ ਪਤੀ ਨੂੰ ਛੱਡ ਦੇਵੇ ਔਰ ਕਿਸੇ ਦੂਜੇ ਦੇ ਪਿਆਰ ਵਿੱਚ ਉਹ ਮੋਹੀ ਜਾਏ, ਤਾਂ ਉਸ ਔਰਤ ਦਾ ਜਿਹੜਾ ਘਰ ਹੈ, ਜੀਵਨ ਹੈ, ਉਹ ਬਰਬਾਦ ਹੋ ਜਾਂਦਾ। ਉਹਨੂੰ ਮਾਣ ਆਦਰ ਔਰ ਸਤਿਕਾਰ ਨਹੀਂ ਮਿਲਦਾ ਜੋ ਆਚਰਣਹੀਣ ਹੈ। ਹੁਣ ਇੱਥੇ ਮਿਸਾਲ ਸਿਰਫ ਲਈ ਹੈ ਕਿਉਂਕਿ ਦੁਨਿਆਵੀ ਮਿਸਾਲਾਂ ਦੇ ਨਾਲ ਸਾਨੂੰ ਕੋਈ ਵੀ ਗੱਲ ਛੇਤੀ ਸਮਝ ਆ ਜਾਂਦੀ ਹੈ। ਤਾਂ ਇਸੇ ਤਰ੍ਹਾਂ ਹੁਣ ਗੁਰੂ ਜੀ ਕਹਿ ਰਹੇ ਨੇ, ਸੂਹੇ ਰੰਗ ਦਾ ਮਤਲਬ ਇੱਥੇ ਕੀ ਹੈ, ਭਾਵ ਕੀ ਹੈ ਕਿ ਜਿਸ ਦੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਪਿਆਰ ਹੈ, ਦੁਨਿਆਵੀ ਜੋ ਮੋਹ ਮਾਇਆ ਦਾ ਪਿਆਰ ਦਾ ਰੰਗ ਚੜਿਆ ਹੋਇਆ ਹੈ। ਪਰ ਫਿਰ ਰਾਵਣ ਜਾਏ ਦਾ ਮਤਲਬ ਰੱਬੀ ਗੁਣਾਂ ਨੂੰ ਛੱਡ ਕੇ ਉਹ ਵਿਸ਼ੇ ਵਿਕਾਰ ਕਮਾਉਣ ਵਾਸਤੇ ਜਾਂਦੀ ਹੈ ਜਾਂ ਜਾਂਦਾ ਹੈ। ਸੱਚ ਨੂੰ ਛੱਡ ਕੇ ਜੋ ਝੂਠ ਦੇ ਨਾਲ ਜੁੜਦਾ ਹੈ, ਸਚਿਆਰਤਾ ਦੇ ਰਾਹ ਨੂੰ ਨਹੀਂ ਅਪਣਾਉਂਦਾ, ਸ਼ੁਭ ਗੁਣਾਂ ਦੀ ਬਜਾਏ ਅਵਗੁਣਾਂ ਵਾਲੇ ਪਾਸੇ ਜਾਂਦਾ ਹੈ, ਸੱਚ ਦੇ ਰਾਹ ਨੂੰ ਛੱਡ ਕੇ ਝੂਠ ਔਰ ਫਰੇਬ ਦੇ ਰਾਹ ਵਾਲੇ ਪਾਸੇ ਜਾਂਦਾ ਹੈ, ਔਰ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਅੰਦਰ ਜੋ ਰੰਗਿਆ ਹੋਇਆ ਹੈ। ਫਿਰ ਛੋੜਿਆ ਘਰ ਆਪਣੇ, ਘਰ ਦਾ ਮਤਲਬ ਘਰ ਵਿੱਚ, ਹਿਰਦੇ ਵਿੱਚ। ਫਿਰ ਦਾ ਮਤਲਬ ਪਤੀ ਪ੍ਰਭੂ, ਰੱਬ ਹਿਰਦੇ ਘਰ ਦੇ ਵਿੱਚ ਹੈ, ਜੋ ਸੁੱਖਾਂ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਨੂੰ ਆਪਣੇ ਘਰ ਵਿੱਚ ਹੀ ਛੱਡ ਦਿੱਤਾ ਹੈ। ਮੋਹੀ ਦੂਜੇ ਪਾਏ ਦਾ ਮਤਲਬ ਬਾਹਰ ਜੋ ਵਿਸ਼ੇ ਵਿਕਾਰ ਨੇ, ਉਹਨਾਂ ਦੇ ਪਿਆਰ ਦੇ ਅੰਦਰ ਉਹ ਜੀਵ ਇਸਤਰੀ ਮੋਹੀ ਗਈ ਹੈ ਜਾਂ ਬੰਦਾ ਇਨਸਾਨ ਮੋਹਿਆ ਗਿਆ ਹੈ। ਯਾਨੀ ਪਤੀ ਪ੍ਰਭੂ ਘਰ ਵਿੱਚ ਹੈ, ਹਿਰਦੇ ਦੇ ਅੰਦਰ ਹੈ, ਜੋ ਗੁਣਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਖਜ਼ਾਨਾ ਹੈ, ਸ਼ਾਂਤੀ ਦਾ ਸੋਮਾ ਹੈ, ਪਿਆਰ ਦਾ ਸੋਮਾ ਹੈ, ਉਹ ਸਾਰਾ ਕੁਛ ਸਤ ਸੰਤੋਖ ਆਦਿਕ ਸ਼ੁਭ ਗੁਣ ਆਦਿਕ ਇਹਦੇ ਅੰਦਰ ਨੇ। ਪਰ ਆਪਣੇ ਅੰਦਰੋਂ ਉਹਨਾਂ ਗੁਣਾਂ ਨੂੰ, ਪ੍ਰਭੂ ਨੂੰ ਵੇਖਣ ਦੀ ਬਜਾਏ ਬਾਹਰ ਵਿਸ਼ੇ ਵਿਕਾਰਾਂ ਦੇ ਅੰਦਰ ਜੋ ਬੰਦਾ ਖਚਤ ਹੈ, ਉਹ ਉਸ ਕਰੈਕਟਰਲੈਸ ਔਰਤ ਜਾਂ ਕਰੈਕਟਰਲੈਸ ਪੁਰਸ਼ ਵਰਗਾ ਹੀ ਹੈ। ਜਿਵੇਂ ਆਚਰਣਹੀਣ ਇਨਸਾਨਾਂ ਦੇ ਘਰ ਨਹੀਂ ਵਸਦੇ, ਇਸੇ ਤਰ੍ਹਾਂ ਜੋ ਸੱਚ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਵੱਲ ਦੌੜਦੇ ਨੇ, ਉਹਨਾਂ ਦਾ ਆਤਮਿਕ ਜੀਵਨ ਆਬਾਦ ਨਹੀਂ ਹੁੰਦਾ। ਉਹਨਾਂ ਦੇ ਕਦੇ ਵੀ ਜੀਵਨ ਦੇ ਅੰਦਰ ਸੁੱਖ ਔਰ ਸ਼ਾਂਤੀ ਨਹੀਂ ਹੁੰਦੀ, ਔਰ ਜੀਵਨ ਦੇ ਅੰਦਰ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ। ਉਹਨਾਂ ਦੇ ਅੰਦਰ ਕਦੇ ਇਨਸਾਨੀਅਤ ਪੈਦਾ ਨਹੀਂ ਹੁੰਦੀ, ਉਹ ਹੈਵਾਨੀਅਤ ਦੀ ਮੂਰਤ ਬਣ ਜਾਂਦੇ। ਤਾਂ ਸਾਨੂੰ ਇੱਥੇ ਜੀਵਨ ਵਾਸਤੇ ਕੀ ਸੇਧ ਮਿਲ ਰਹੀ ਹੈ ਕਿ ਸਾਡੇ ਅੰਦਰ ਪ੍ਰਭੂ ਹੈ, ਹਰ ਇਨਸਾਨ ਰੱਬ ਦਾ ਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਅੰਦਰੋਂ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਗੁਣਾਂ ਨੂੰ ਲੱਭਣਾ ਹੈ, ਉਹਨਾਂ ਨੂੰ ਯੂਜ਼ ਕਰਨਾ ਹੈ, ਔਰ ਵਿਸ਼ੇ ਵਿਕਾਰਾਂ ਤੋਂ ਬਚਣ ਦਾ ਯਤਨ ਕਰਨਾ ਹੈ, ਤਾਂ ਸਾਡਾ ਇਹ ਜੀਵਨ ਸੁਖੀ ਔਰ ਸ਼ਾਂਤ ਹੋ ਸਕੇਗਾ। ਮਿੱਠਾ ਕਰਕੇ ਖਾਇਆ ਬਹੁ ਸਾਧੂ ਵਧਿਆ ਰੋਗ। ਇਹ ਜੋ ਸਾਧੂ ਸ਼ਬਦ ਹੈ, ਇੱਥੇ ਬਿੰਦੀ ਲਾ ਕੇ ਪਾਠ ਕਰਾਂਗੇ। ਸਾਧੂ, ਸਾਧੂ ਦਾ ਮਤਲਬ ਸਵਾਦਾਂ ਤੋਂ, ਵਿਸ਼ੇ ਵਿਕਾਰਾਂ ਤੋਂ। ਮਿੱਠਾ ਕਰਕੇ ਦਾ ਮਤਲਬ ਸਵਾਦਲਾ ਸਮਝ ਕੇ। ਜਿਸ ਜੀਵ ਇਸਤਰੀ ਨੇ ਦੁਨਿਆਵੀ ਪਦਾਰਥਾਂ ਨੂੰ, ਭਾਵ ਵਿਸ਼ੇ ਵਿਕਾਰਾਂ ਨੂੰ ਮਿੱਠਾ ਸਮਝ ਕੇ ਭੋਗਿਆ,
ਸਵਾਦ ਲੈ ਜਾਣ ਕੇ ਭੋਗਿਆ, ਖੁਸ਼ੀਆਂ ਦੇਣ ਵਾਲੇ ਜਾਣ ਕੇ ਭੋਗਿਆ, ਔਰ ਇਹਨਾਂ ਚਸਕਿਆਂ ਦੇ ਕਰਕੇ ਉਹਨਾਂ ਦੇ ਅੰਦਰ ਰੋਗ ਪੈਦਾ ਹੋ ਗਿਆ। ਜਿਵੇਂ ਮਿਸਾਲ ਵਜੋਂ ਨਿੱਕੀ ਜਿਹੀ ਮਿਸਾਲ ਲੈ ਕੇ ਸਮਝਣ ਦਾ ਯਤਨ ਕਰੀਏ ਕਿ ਕੋਈ ਖਾਣ ਪੀਣ ਦੇ ਚਸਕਿਆਂ ਦੇ ਵਿੱਚ ਹੀ ਪਿਆਰ ਹੈ ਔਰ ਸਵਾਦਲੇ ਪਦਾਰਥ ਸਮਝ ਕੇ ਖਾਈ ਜਾਵੇ, ਪਦਾਰਥ ਜਿੰਨੇ ਵੀ ਆ, ਜੋ ਵੀ ਰਸਗੁੱਲੇ, ਗੁਲਾਬ ਜਾਮੁਨ ਆਦਿ ਜਾਂ ਪੀਜ਼ੇ, 버ਗਰ ਨੇ ਜਾਂ ਹੋਰ ਵੀ ਪਦਾਰਥ ਨੇ, ਬੰਦਾ ਚਸਕਿਆਂ ਦੇ ਨਾਲ ਖਾਈ ਜਾਏ, ਧਿਆਨ ਨਾ ਦੇਵੇ ਕਿ ਇਸ ਦਾ ਰਿਜ਼ਲਟ ਕੀ ਨਿਕਲੇਗਾ, ਤਾਂ ਆਖਿਰ ਕੀ ਹੋਏਗਾ? ਆਖਿਰ ਵੇਟ ਵਧੇਗਾ, ਕਈ ਸਾਰੀਆਂ ਬਿਮਾਰੀਆਂ, ਸ਼ੂਗਰ ਆਦਿ ਦੀਆਂ ਜਾਂ ਹੋਰ ਰੋਗ ਪੈਦਾ ਹੋ ਜਾਣਗੇ। ਤਾਂ ਜਿਵੇਂ ਦੁਨਿਆਵੀ ਜੋ ਪਦਾਰਥ ਨੇ, ਬੇਸ਼ੱਕ ਉਹ ਪ੍ਰਸ਼ਾਦਾ ਪਾਣੀ ਹੀ ਰੋਜ਼ਮਰਰਾ ਦੀ ਜ਼ਿੰਦਗੀ ਦੀ ਖੁਰਾਕ ਹੈ, ਉਹ ਵੀ ਜੇ ਬੇਸਮਝੀ ਦੇ ਨਾਲ ਖਾਧੀ ਜਾਏ ਤਾਂ ਵੀ ਉਸ ਸਰੀਰ ਦੇ ਅੰਦਰ ਰੋਗ ਪੈਦਾ ਕਰ ਦਿੰਦੀ ਹੈ, ਬੇਸ਼ੱਕ ਬੰਦਾ ਉਹਨਾਂ ਨੂੰ ਸਵਾਦਲੇ ਸਮਝ ਕੇ ਭੋਗ ਰਿਹਾ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਵੀ ਵਿਸ਼ੇ ਵਿਕਾਰ ਨੇ, ਝੂਠ ਹੈ, ਫਰੇਬ ਨੇ, ਠਗੀਆਂ ਨੇ, ਜਾਂ ਜਿੰਨੀ ਵੀ ਬੇਈਮਾਨਿਕ ਆਦਿਕ ਹੈ, ਜਾਂ ਇੱਕ ਦੂਜੇ ਨਾਲ ਈਰਖਾ ਦਵੇਸ਼ ਹੈ, ਬੰਦਾ ਇਹ ਵਿਸ਼ੇ ਵਿਕਾਰ ਕਮਾਉਂਦਾ ਤੇ ਤਾਂ ਹੈ ਕਿ ਮੈਨੂੰ ਇੱਕ ਖੁਸ਼ੀ ਦੇਣਗੇ, ਮੇਰੇ ਜੀਵਨ ਦੇ ਅੰਦਰ ਖੁਸ਼ੀ ਪੈਦਾ ਹੋਏਗੀ, ਤਾਂ ਹੀ ਲੋਕ ਕਰਦੇ ਨੇ। ਭੁਲੇਖਾ ਹੀ ਹੈ ਨਾ ਇੱਕ, ਬੇਸ਼ੱਕ ਭੁਲੇਖੇ ਨਾਲ ਕਰ ਰਹੇ ਨੇ, ਪਰ ਜਿਨ੍ਹਾਂ ਵਿਸ਼ੇ ਵਿਕਾਰਾਂ ਨੂੰ ਮਿੱਠਾ ਕਰਕੇ ਭੋਗਿਆ, ਉਹਨਾਂ ਵਿਸ਼ੇ ਵਿਕਾਰਾਂ ਨੇ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਰੋਗ ਪੈਦਾ ਕਰ ਦਿੱਤਾ, ਇਹਦੇ ਜੀਵਨ ਨੂੰ ਹੀ ਰੋਗੀ ਬਣਾ ਦਿੱਤਾ। ਆਚਰਨ ਖਤਮ ਹੋ ਗਿਆ, ਵਿਸ਼ਵਾਸ ਖਤਮ ਹੋ ਗਿਆ, ਰਿਸ਼ਤੇ ਨਾਤੇ ਖਤਮ ਹੋ ਗਏ, ਜੀਵਨ ਦੇ ਅੰਦਰੋਂ ਸ਼ਾਂਤੀ ਪੈਦਾ ਹੋ ਗਈ, ਔਰ ਕਈ ਸਾਰੇ ਕਾਮ, ਕ੍ਰੋਧ, ਲੋਭ ਆਦਿਕ ਰੋਗਾਂ ਨੇ ਇਸ ਨੂੰ ਘੇਰ ਲਿਆ। ਇਸ ਦਾ ਪੂਰੇ ਦਾ ਪੂਰਾ ਜੀਵਨ ਹੀ ਰੋਗੀ ਹੋ ਗਿਆ। ਸ਼ੁੱਧ ਪਤਾਰ ਹਰ ਛੋੜਿਆ, ਫਿਰ ਲੱਗਾ ਜਾਏ ਵਿਜੋਗ। ਸ਼ੁੱਧ ਦਾ ਮਤਲਬ ਇੱਥੇ ਹੈ ਖਾਲਸ, ਨਿਰੋਲ, ਯਾਨੀ ਆਪਣਾ। ਇੱਥੇ ਸ਼ੁੱਧ ਦਾ ਮਤਲਬ ਹੈ ਆਪਣਾ, ਜੋ ਨਿਰੋਲ ਆਪਣਾ ਸੀ। ਪਤਾਰ ਦਾ ਮਤਲਬ ਪਤੀ, ਹਰ ਪਤਾਰ ਦਾ ਮਤਲਬ ਹਰੀ ਪਤੀ, ਛੋੜਿਆ ਦਾ ਮਤਲਬ ਛੱਡ ਦਿੱਤਾ। ਉਹ ਨਿਰੋਲ ਆਪਣੇ ਪ੍ਰਭੂ ਨੂੰ ਛੱਡ ਦਿੰਦੀ ਹੈ ਤੇ ਇਸ ਤਰ੍ਹਾਂ ਉਹਦੇ ਨਾਲੋਂ ਵਿਛੋੜਾ ਹੋ ਜਾਂਦਾ ਹੈ। ਰੱਬ ਨੂੰ ਛੱਡ ਦਿੱਤਾ, ਵਿਸ਼ੇ ਵਿਕਾਰਾਂ ਵਿੱਚ ਲੱਗ ਗਿਆ, ਆਖਿਰ ਵਿਛੋੜਾ ਹੋ ਗਿਆ। ਜਿਵੇਂ ਕੋਈ ਔਰਤ ਆਚਰਨ ਤੋਂ ਗਿਰਦੀ ਹੈ ਤਾਂ ਉਸ ਦਾ ਪਤੀ ਦੇ ਨਾਲੋਂ ਵਿਛੋੜਾ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਸ ਨੇ ਆਪਣੇ ਮਾਲਕ ਨੂੰ, ਜੋ ਉਹਦਾ ਆਪਣਾ ਸੀ, ਜਿਸ ਨੇ ਸदैवी ਸਾਥ ਦੇਣਾ ਸੀ, ਜਿਸ ਕਰਕੇ ਜੀਵਨ ਅੰਦਰ ਸੁਖ ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਬਣਨੀ ਸੀ, ਉਸ ਪ੍ਰਭੂ ਨੂੰ ਛੱਡ ਦਿੱਤਾ, ਉਹਦੇ ਨਾਲ ਸੰਬੰਧ ਨਹੀਂ ਬਣਾਇਆ, ਆਪਣੇ ਅੰਦਰਲੇ ਗੁਣਾਂ ਦੇ ਨਾਲ ਨਹੀਂ ਜੁੜਿਆ, ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਵੇਖਣ ਦਾ ਯਤਨ ਨਹੀਂ ਕੀਤਾ, ਉਹਨਾਂ ਨੂੰ ਛੱਡ ਦਿੱਤਾ ਤੇ ਬਾਹਰ ਵਿਸ਼ੇ ਵਿਕਾਰਾਂ ਦੇ ਅੰਦਰ ਖਚਤ ਹੋ ਗਿਆ। ਆਖਿਰ ਕੀ ਹੋਇਆ ਕਿ ਉਹਦਾ ਫਿਰ ਪ੍ਰਭੂ ਦੇ ਨਾਲੋਂ ਸदैवी ਵਿਛੋੜਾ ਪੈ ਗਿਆ, ਸੁਖ ਸ਼ਾਂਤੀ ਦੇ ਨਾਲੋਂ ਵਿਛੋੜਾ ਪੈ ਗਿਆ, ਗੁਣਾਂ ਦੇ ਨਾਲੋਂ ਵਿਛੋੜਾ ਪੈ ਗਿਆ, ਇਨਸਾਨੀਅਤ ਦੇ ਨਾਲੋਂ ਵਿਛੋੜਾ ਪੈ ਗਿਆ। ਐਸੇ ਇਨਸਾਨਾਂ ਦੇ ਅੰਦਰ ਫਿਰ ਇਨਸਾਨੀਅਤ ਨਹੀਂ ਰਹਿੰਦੀ, ਉਹ ਹੈਵਾਨੀਅਤ ਦਾ ਅੱਡਾ ਬਣ ਜਾਂਦਾ, ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਰਹਿੰਦੀ, ਉਹਨਾਂ ਦਾ ਸੰਬੰਧ ਅਸ਼ਾਂਤੀ ਦੇ ਨਾਲ ਬਣ ਜਾਂਦਾ, ਉਹਨਾਂ ਦਾ ਸੰਬੰਧ ਗੁਣਾਂ ਨਾਲ ਨਹੀਂ ਰਹਿੰਦਾ, ਕਿਉਂਕਿ ਗੁਣਾਂ ਨਾਲ ਉਹ ਸੰਬੰਧ ਤੋੜ ਚੁੱਕੇ ਹੁੰਦੇ ਨੇ ਔਰ ਉਹ ਅਵਗੁਣਾਂ ਦੇ ਧਾਰਨੀ ਹੋ ਜਾਂਦੇ ਨੇ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜੋ ਤੁਹਾਡਾ ਸ਼ੁੱਧ ਸਰੂਪ ਹੈ, ਤੁਸੀਂ ਪ੍ਰਭੂ ਦੇ ਰੂਪ ਹੋ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਸ ਵਿਚਾਰ ਨੂੰ ਕਦੇ ਵੀ ਨਾ ਭੁਲਾਓ, ਉਸ ਆਪਣੇ ਮੂਲ ਨੂੰ ਕਦੇ ਵੀ ਨਾ ਭੁੱਲੋ, ਉਸ ਮੂਲ ਦੇ ਨਾਲੋਂ ਕਦੇ ਵੀ ਨਾ ਟੁੱਟੋ, ਕਿਉਂਕਿ ਜਿਹੜੀ ਚੀਜ਼ ਮੂਲ ਨਾਲੋਂ ਟੁੱਟ ਜਾਂਦੀ ਹੈ ਆਖਿਰ ਉਹ ਖਤਮ ਹੋ ਜਾਂਦੀ ਹੈ। ਇੱਕ ਟਹਿਣੀ ਦੇ ਨਾਲੋਂ ਟੁੱਟਾ ਹੋਇਆ ਪੱਤਾ ਸੁੱਕ ਜਾਂਦਾ ਹੈ, ਮੁਰਝਾ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਨਦੀ ਦੇ ਨਾਲੋਂ ਵਿਛੜਿਆ ਹੋਇਆ ਪਾਣੀ ਕਿਸੇ ਛੱਪੜ ਟੋਬੇ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਅਲੱਗ ਕਰ ਬੈਂਦਾ ਹੈ, ਆਖਿਰ ਉਸ ਦੇ ਅੰਦਰ ਗੰਦਗੀ ਪੈਦਾ ਹੋ ਜਾਂਦੀ ਹੈ। ਸੱਚ ਨਾਲੋਂ, ਦਇਆ ਨਾਲੋਂ ਟੁੱਟਿਆ ਹੋਇਆ ਮਨੁੱਖ, ਟੁੱਟੀ ਹੋਈ ਮਨੁੱਖ ਦੀ ਸੁਰਤ ਵੀ ਮੈਲੀ ਹੋ ਜਾਂਦੀ ਹੈ ਔਰ ਉਸ ਦੇ ਅੰਦਰ ਗੈਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ। ਗੁਰਮੁਖ ਹੋਵੇ ਸੋ ਪਲਟਿਆ, ਹਰ ਰਾਤੀ ਸਾਜ ਸ਼ਿੰਗਾਰ। ਗੁਰਮੁਖ ਦਾ ਮਤਲਬ ਗੁਰੂ ਅਨੁਸਾਰੀ, ਜੋ ਜੀਵ ਇਸਤਰੀ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੀ ਹੈ। ਪਲਟਿਆ ਦਾ ਮਤਲਬ ਪਲਟਦਾ ਹੈ, ਉਹਦਾ ਮਨ ਪਰਤ ਜਾਂਦਾ ਹੈ, ਬਦਲ ਜਾਂਦਾ ਹੈ, ਉਹਦੀ ਸੁਰਤ ਬਦਲ ਜਾਂਦੀ ਹੈ, ਉਹਦੀ ਸੋਚ ਬਦਲ ਜਾਂਦੀ ਹੈ। ਰਾਤੀ ਦਾ ਮਤਲਬ ਰੰਗੀ ਰਹਿੰਦੀ ਹੈ। ਸਾਜ ਸ਼ਿੰਗਾਰ ਦਾ ਮਤਲਬ ਸੱਜਾ ਬਣਾ ਕੇ ਆਪਣੇ ਆਪ ਨੂੰ ਸ਼ਿੰਗਾਰ ਕੇ। ਜੋ ਜੀਵ ਇਸਤਰੀ ਗੁਰੂ ਦੇ ਹੁਕਮ ਵਿੱਚ ਤੁਰਦੀ ਹੈ,
ਉਹਦੀ ਨਿਸ਼ਾਨੀ ਇਹ ਹੈ ਕਿ ਉਹਦਾ ਮਨ ਦੁਨੀਆ ਦੇ ਵਿਸ਼ੇ ਭੋਗਾਂ ਵੱਲੋਂ ਪਰਤ ਜਾਂਦਾ ਹੈ। ਉਹ ਦੁਨੀਆ ਦੇ ਵਿਸ਼ੇ ਭੋਗਾਂ ਵਾਲੇ ਪਾਸੇ ਨਹੀਂ ਦੌੜਦੀ। ਉਹਦੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ ਜਾਂ ਆਚਰਣਹੀਨਤਾ ਦੇ ਵਿਚਾਰ ਨਹੀਂ ਆਉਂਦੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਪਿਆਰ ਰੂਪ ਗਹਿਣੇ ਨਾਲ, ਉਹ ਇਸਤਰੀ ਪ੍ਰਭੂ ਦੇ ਪਿਆਰ ਰੂਪ ਗਹਿਣੇ ਨਾਲ ਆਪਣੇ ਆਪ ਨੂੰ ਸਜਾ ਕੇ ਪ੍ਰਭੂ ਦੇ ਪਿਆਰ ਦੇ ਅੰਦਰ ਰੰਗੀ ਰਹਿੰਦੀ ਹੈ। ਯਾਨੀ ਉਹ ਆਪਣੇ ਆਪ ਨੂੰ ਪ੍ਰਭੂ ਦੇ ਪਿਆਰ ਦੇ ਨਾਲ ਸ਼ਿੰਗਾਰਦੀ ਹੈ ਔਰ ਪ੍ਰਭੂ ਦੇ ਅੰਦਰ ਰੰਗੀ ਰਹਿੰਦੀ ਹੈ। ਉਹ ਜੀਵ ਇਸਤਰੀ ਜੋ ਗੁਰੂ ਦੀ ਅਨੁਸਾਰੀ ਹੈ। ਤਾਂ ਇੱਥੇ ਦੋ ਤਰ੍ਹਾਂ ਦੇ ਜੀਵਨ ਦੱਸੇ ਨੇ, ਦੋ ਤਰ੍ਹਾਂ ਦੇ ਰੰਗ ਦੱਸੇ ਨੇ। ਇੱਕ ਸੂਹਾ ਰੰਗ, ਦੁਨਿਆਵੀ ਵਿਸ਼ੇ ਵਿਕਾਰਾਂ ਵਾਲਾ ਪਿਆਰ। ਜੋ ਦੁਨਿਆਵੀ ਵਿਸ਼ੇ ਵਿਕਾਰਾਂ ਵਾਲਾ ਪਿਆਰ ਹੈ, ਉਹ ਬੰਦੇ ਨੂੰ ਰੱਬ ਤੋਂ, ਸ਼ੁਭ ਗੁਣਾਂ ਤੋਂ, ਸੱਚ ਤੋਂ, ਸਚਿਆਰਤਾ ਤੋਂ, ਧਰਮ ਤੋਂ, ਇਨਸਾਨੀਅਤ ਤੋਂ ਦੂਰ ਲੈ ਜਾਂਦਾ ਹੈ। ਐਸੇ ਇਨਸਾਨਾਂ ਦੇ ਰਿਸ਼ਤਿਆਂ ਨਾਤਿਆਂ ਦੇ ਅੰਦਰ ਵੀ ਵਿਛੋੜੇ ਪੈ ਜਾਂਦੇ ਨੇ, ਪਰਿਵਾਰ ਬਿਖਰ ਜਾਂਦੇ ਨੇ, ਮਿੱਤਰਤਾਵਾਂ ਟੁੱਟ ਜਾਂਦੀਆਂ ਨੇ। ਲੇਕਿਨ ਦੂਜੇ ਪਾਸੇ ਇੱਕ ਰੰਗ ਐਸਾ ਹੈ ਪ੍ਰਭੂ ਦੇ ਪਿਆਰ ਦਾ, ਜੋ ਸਾਨੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਦਾ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਵੱਲੋਂ ਪਰਤ ਜਾਂਦਾ ਹੈ। ਉਹ ਵਿਸ਼ੇ ਵਿਕਾਰਾਂ ਵੱਲ ਘੁੰਮ ਕੇ ਕਦੇ ਵਹਿੰਦੇ ਵੀ ਨਹੀਂ ਔਰ ਪ੍ਰਭੂ ਪ੍ਰੇਮ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਦੇ ਨੇ ਔਰ ਪ੍ਰਭੂ ਦੇ ਪ੍ਰੇਮ ਦੇ ਅੰਦਰ ਹਮੇਸ਼ਾ ਉਹ ਰੰਗੇ ਰਹਿੰਦੇ ਨੇ। ਉਹਨਾਂ ਦੀ ਮਾਨਸਿਕਤਾ, ਉਹਨਾਂ ਦੇ ਬੋਲ, ਉਹਨਾਂ ਦਾ ਬਿਹੇਵੀਅਰ ਰੱਬੀ ਗੁਣਾਂ ਨਾਲ ਸ਼ਿੰਗਾਰਿਆ ਹੁੰਦਾ ਹੈ ਔਰ ਉਹ ਰੱਬੀ ਗੁਣਾਂ ਦੇ ਨਾਲ ਹਮੇਸ਼ਾ ਹਮੇਸ਼ਾ ਰੰਗੇ ਰਹਿੰਦੇ ਨੇ। ਸਹਿਜ ਸੱਚ ਪਿਰ ਰਾਵਿਆ, ਹਰ ਨਾਮਾ ਉਰ ਧਾਰ। ਉਰ ਦਾ ਮਤਲਬ ਹਿਰਦਾ, ਸੋਚ। ਧਾਰ ਦਾ ਮਤਲਬ ਧਾਰਨ ਕਰਕੇ। ਸਹਿਜ ਦਾ ਮਤਲਬ ਸਹਿਜ ਅਵਸਥਾ ਵਿੱਚ। ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਹਰ ਨਾਮਾਂ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ। ਤਾਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਹਿਰਦੇ ਵਿੱਚ ਧਾਰਨ ਕਰਕੇ, ਆਪਣੀ ਸੋਚ ਦੇ ਅੰਦਰ ਵਸਾ ਕੇ, ਆਤਮਕ ਅਡੋਲਤਾ ਵਿੱਚ ਟਿਕ ਕੇ, ਉਹ ਜੀਵ ਇਸਤਰੀ ਹਮੇਸ਼ਾ ਪ੍ਰਭੂ ਦੇ ਮਿਲਾਪ ਨੂੰ ਮਾਣਦੀ ਹੈ, ਹਮੇਸ਼ਾ ਪ੍ਰਭੂ ਨੂੰ ਆਪਣੀ ਸੋਚ ਦੇ ਅੰਦਰ ਯਾਦ ਰੱਖਦੀ ਹੈ। ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੇ, ਉਹ ਰੱਬੀ ਸਿਫਤ ਸਲਾਹ ਨੂੰ ਆਪਣੀ ਸੋਚ ਵਿੱਚ ਵਸਾਉਂਦੇ ਨੇ। ਹਰਨਾਮਾ ਉਰਤਾਰ ਦਾ ਮਤਲਬ ਰੱਬੀ ਸਿਫਤ ਸਲਾਹ ਨੂੰ ਆਪਣੀ ਸੋਚ ਵਿੱਚ ਵਸਾਣਾ, ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਣਾ। ਆਤਮਕ ਅਡੋਲਤਾ ਵਿੱਚ ਉੱਠ ਕੇ ਰਹਿੰਦੇ ਨੇ। ਮਨ, ਬਚਨ, ਕਰਮ ਕਰਕੇ ਉਹ ਸੱਚ ਦੇ ਧਾਰਨੀ ਨੇ ਔਰ ਉਹ ਪਤੀ ਪ੍ਰਮਾਤਮਾ ਦਾ ਮਿਲਾਪ ਦਾ ਆਨੰਦ ਮਾਣਦੇ ਨੇ। ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋਏ ਰਹਿੰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪ੍ਰਭੂ ਪਿਆਰ ਨਾਲ, ਗੁਣਾਂ ਦੇ ਪਿਆਰ ਨਾਲ ਸ਼ਿੰਗਾਰਿਆ ਹੁੰਦਾ ਹੈ। ਆਗਿਆਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ। ਸੁਹਾਗਣ ਦੇ ਸੱਸੇ ਨਾਲ ਦੋ ਲਗਾਂ ਨੇ, ਇੱਕ ਹੋੜਾ ਔਰ ਇੱਕ ਔਂਕੜ। ਸ਼ੁੱਧ ਸ਼ਬਦ ਹੈ ਸੁਹਾਗਣ, ਲੇਕਿਨ ਇਹਨੂੰ ਪੜਨਾ ਹੈ ਸੁਹਾਗਣ ਔਂਕੜ। ਔਂਕੜ ਇੱਥੇ ਕਾਵ ਤੋਲ ਨੂੰ ਪੂਰਾ ਕਰਨ ਵਾਸਤੇ ਲਗਾਇਆ ਗਿਆ ਹੈ। ਸ਼ੁੱਧ ਸ਼ਬਦ ਵੀ ਦੱਸਿਆ ਹੈ ਕਿ ਸ਼ੁੱਧ ਸ਼ਬਦ ਸੁਹਾਗਣ ਹੈ। ਤਾਂ ਪ੍ਰਭੂ ਦੇ ਹੁਕਮ ਵਿੱਚ ਤੁਰਨ ਵਾਲੀ ਜੀਵ ਇਸਤਰੀ ਸਦਾ ਹੀ ਸੁਹਾਗਣ ਹੁੰਦੀ ਹੈ। ਸੁਹਾਗਣ ਦਾ ਮਤਲਬ ਭਾਗਾਂ ਵਾਲੀ, ਖੁਸ਼ਕਿਸਮਤ, ਖੁਸ਼, ਪ੍ਰਸੰਨ, ਆਨੰਦ ਚਿੱਤ। ਆਪ ਮੇਲੀ ਕਰਤਾਰ, ਐਸੀ ਜੀਵ ਇਸਤਰੀ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ। ਹੁਣ ਸਦਾ ਸੁਹਾਗਣ ਕੌਣ ਹੈ? ਸਦਾ ਪ੍ਰਭੂ ਦੇ ਮਿਲਾਪ ਨੂੰ ਕੌਣ ਮਾਣਦੇ ਨੇ? ਜੋ ਆਗਿਆਕਾਰੀ ਨੇ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਆਗਿਆਕਾਰੀ ਦਾ ਮਤਲਬ ਜੋ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਰੱਬੀ ਭਾਣੇ ਵਿੱਚ ਤੁਰਦੇ ਨੇ, ਉਹ ਹਮੇਸ਼ਾ ਹੀ ਭਾਗਾਂ ਵਾਲੇ ਨੇ, ਉਹ ਖੁਸ਼ਕਿਸਮਤ ਨੇ ਔਰ ਐਸੇ ਇਨਸਾਨਾਂ ਨੂੰ ਪ੍ਰਭੂ ਆਪਣੇ ਵਿੱਚ ਮਿਲਾ ਲੈਂਦਾ ਹੈ। ਆਗਿਆਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ। ਰੱਬੀ ਰਜ਼ਾ ਦੇ ਵਿੱਚ ਤੁਰਨ ਵਾਲੀ ਜੀਵ ਇਸਤਰੀ ਹਮੇਸ਼ਾ ਹੀ ਭਾਗਾਂ ਵਾਲੀ, ਖੁਸ਼ਕਿਸਮਤ, ਆਨੰਦ, ਪ੍ਰਸੰਨਚਿਤ ਹੈ। ਐਸੀ ਜੀਵ ਨੂੰ ਪ੍ਰਭੂ ਨੇ ਆਪ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ। ਤਾਂ ਦੇਖੋ, ਸਾਡੇ ਕੋਲ ਪ੍ਰਭੂ ਮਿਲਾਪ ਦਾ ਇੱਕੋ ਹੀ ਸਾਧਨ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ। ਰੱਬੀ ਰਜ਼ਾ ਵਿੱਚ ਤੁਰਨ ਦੇ ਨਾਲ ਹੀ ਜੀਵਨ ਮਹਾਨ ਹੁੰਦਾ ਹੈ। ਰੱਬੀ ਰਜ਼ਾ ਵਿੱਚ ਤੁਰਿਆ ਹੀ ਜੀਵਨ ਅੰਦਰ ਖੁਸ਼ੀ ਔਰ ਸੁਖ ਸ਼ਾਂਤੀ ਆ ਸਕਦੀ ਹੈ। ਨਾਨਕ ਫਿਰ ਪਾਇਆ ਹਰ ਸਾਚਾ, ਸਦਾ ਸੁਹਾਗਣ ਨਾਰ। ਨਾਨਕ ਤੇ ਥੋੜਾ ਜਿਹਾ ਰੁਕ ਜਾਣਾ ਹੈ। ਨਾਨਕ ਫਿਰ ਪਾਇਆ ਹਰ ਸਾਚਾ, ਸਦਾ ਸੁਹਾਗਣ ਨਾਰ। ਹੁਣ ਫਿਰ ਪਾਇਆ ਹਰ ਸਾਚਾ, ਜਿਸ ਨੇ ਸੱਚੇ ਹਰੀ ਨੂੰ ਪ੍ਰਾਪਤ ਕਰ ਲਿਆ,
हे नानक, जिसने सदा थिर प्रभु ਨੂੰ ਪ੍ਰਾਪਤ ਕਰ ਲਿਆ, ਸਦਾ ਸੁਹਾਗਣ ਨਾਰ ਉਹ ਜੀਵ ਇਸਤਰੀ ਸਦਾ ਹੀ ਭਾਗਾਂ ਵਾਲੀ ਹੈ, ਸਦਾ ਹੀ ਖੁਸ਼ਕਿਸਮਤ ਹੈ, ਸਦਾ ਹੀ ਖੁਸ਼ ਹੈ, ਆਨੰਦ ਚਿਤ ਹੈ, ਵਿਗਾਸਤਾ ਵਿੱਚ ਹੈ ਔਰ ਸਦਾ ਹੀ ਮੁਕਤ ਹੈ। ਕੌਣ? ਜਿਨਨੇ ਆਪਣੇ ਸੱਚੇ ਪ੍ਰਭੂ ਨੂੰ ਪਾ ਲਿਆ। ਤਾਂ ਸੱਚੇ ਪ੍ਰਭੂ ਨੂੰ ਜਿਸਨੇ ਪਾ ਲਿਆ ਉਹ ਸਦਾ ਹੀ ਖੁਸ਼, ਪ੍ਰਸੰਨ, ਆਨੰਦ ਚਿਤ ਔਰ ਭਾਗਾਂ ਵਾਲਾ ਹੈ, ਮਹਾਨ ਹੈ, ਮੁਬਾਰਕ ਹੈ ਉਸ ਦੀ ਜ਼ਿੰਦਗੀ। ਤੇ ਪ੍ਰਭੂ ਨੂੰ ਪਾਉਣ ਵਾਸਤੇ ਇੱਕੋ ਹੀ ਸਾਧਨ ਹੈ, ਰੱਬੀ ਗੁਣ ਗਾਣੇ ਔਰ ਰੱਬੀ ਹੁਕਮ ਦੇ ਅੰਦਰ ਤੁਰਨਾ। ਤਾਂ ਕਿੰਨਾ ਦੇਖੋ ਸੋਹਣਾ, ਸੁਚੱਜਾ ਔਰ ਸੁਖਾਲਾ ਮਾਰਗ ਹੈ ਕਿ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀ ਕੇ ਤੇ ਕਿਵੇਂ ਬੰਦਾ ਰੱਬ ਵਰਗਾ ਹੋ ਸਕਦਾ ਹੈ ਔਰ ਖੁਸ਼ਕਿਸਮਤ ਹੋ ਸਕਦਾ ਹੈ। ਮਹਿਲਾ ਤੀਜਾ, ਸੁਹਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ। ਮੰਮੇ ਦੇ ਥੱਲੇ ਹਲੰਤ ਹੈ, ਇਹਨੂੰ ਥੋੜਾ ਭਾਰਾ ਕਰਕੇ ਬੋਲਣਾ ਹੈ, ਸੰਭਾਲ। ਸੁਹਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ। ਸੁਹਵੀਏ ਦਾ ਮਤਲਬ ਸੂਹੇ ਵੇਸ਼ ਵਾਲੀ ਹੈ। ਨਿਮਾਣੀਏ ਦਾ ਮਤਲਬ ਵਿਚਾਰੀ। ਵਿਚਾਰੀ ਇੱਥੇ ਨਿਮਾਣੀ ਦਾ ਮਤਲਬ ਜਿਸ ਦੇ ਅੰਦਰ ਕੋਈ ਸ਼ੁਭ ਗੁਣ ਨਹੀਂ ਹਨ। ਇੱਥੇ ਨਿਮਾਣੀ ਦਾ ਮਤਲਬ ਉਹ ਹੈ ਕਿ ਜਿਸ ਦੇ ਅੰਦਰ ਕੋਈ ਸ਼ੁਭ ਗੁਣ ਨਹੀਂ, ਗੁਣਾ ਤੋਂ ਸਖਣੀ ਹੈ। ਸੂਹੇ ਦਾ ਮਤਲਬ ਜਿਸ ਨੇ ਸਿਰਫ ਸੂਹਾ ਵੇਸ਼ ਬਣਾਇਆ ਹੋਇਆ ਹੈ। ਸੂਹਾ ਵੇਸ਼ ਦਾ ਮਤਲਬ ਇਹ ਨਹੀਂ ਕਿ ਲਾਲ ਰੰਗ ਦੇ ਕੱਪੜੇ ਨਾ ਪਾਣੇ। ਸੂਹੇ ਵੇਸ਼ ਦਾ ਮਤਲਬ ਹੈ ਕਿ ਦੁਨਿਆਵੀ ਜੋ ਵਿਸ਼ੇ ਭੋਗਾਂ ਦੇ ਰੰਗ ਵਿੱਚ ਰੰਗੀ ਹੋਈ ਹੈ, ਜਿਸ ਦੀ ਸੋਚ ਮਾਇਆ ਦੇ ਨਾਲ ਰੰਗੀ ਹੈ, ਜਿਸ ਦੀ ਸੋਚ ਵਿੱਚ ਵਿਸ਼ੇ ਵਿਕਾਰ ਨੇ, ਜਿਹਨੇ ਸੱਚ ਨੂੰ ਤਿਆਗ ਦਿੱਤਾ ਹੈ, ਗੁਣਾਂ ਨੂੰ ਤਿਆਗ ਦਿੱਤਾ ਹੈ। ਹੁਣ ਉਹਨੂੰ ਉਪਦੇਸ਼ ਦੇ ਰਹੇ ਨੇ ਕਿ ਇਹ ਮਾਇਆ ਦੇ ਰੰਗ ਦੇ ਨਾਲ ਰੰਗੀ ਹੋਈ ਨਿਰਗੁਣ ਇਸਤਰੀਏ, हे ਜੀਵ, ਸੋ ਸਹੁ ਸਦਾ ਸੰਭਾਲ। ਆਪਣੇ ਪਿਆਰੇ ਰੱਬ ਨੂੰ ਹਮੇਸ਼ਾ ਯਾਦ ਰੱਖ, ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ। ਗੁਣਾ ਤੋਂ ਸਖਣਾ ਨਾ ਫਿਰ। ਇਹ ਜੋ ਔਗਣਾ ਦਾ ਰੰਗ ਹੈ ਇਹ ਲੈ ਜਾਣ ਵਾਲਾ ਹੈ, ਇਹ ਸदैवी ਨਹੀਂ ਹੈ, ਇਹ ਸੁਖਦਾਇਕ ਨਹੀਂ ਹੈ, ਇਹਦੇ ਅੰਦਰ ਦੁੱਖ ਨੇ। ਇਹ ਤੈਨੂੰ ਭੁਲੇਖਾ ਹੈ ਕਿ ਔਗਣਿਆਰੀ ਜ਼ਿੰਦਗੀ ਜੀਣ ਦੇ ਨਾਲ ਸ਼ਾਇਦ ਜੀਵਨ ਵਿੱਚ ਖੁਸ਼ੀ ਆਵੇ। ਐਸਾ ਨਹੀਂ ਹੈ, ਇੱਕ ਭੁਲੇਖਾ ਹੈ। ਇਸ ਲਈ ਸੋ ਸਹੁ ਸਦਾ ਸੰਭਾਲ। ਆਪਣੇ ਪਿਆਰੇ ਰੱਬ ਨੂੰ ਹਮੇਸ਼ਾ ਯਾਦ ਰੱਖ, ਉਹਨੂੰ ਚੇਤੇ ਰੱਖ ਕਿ ਉਹ ਮੇਰੇ ਨਾਲ ਹੈ, ਉਹਦੇ ਗੁਣਾਂ ਨੂੰ ਚੇਤੇ ਰੱਖ। ਔਰ ਦੇਖੋ, ਇਸ ਤਰ੍ਹਾਂ ਸਾਡਾ ਆਤਮਿਕ ਜੀਵਨ ਉੱਚਾ ਹੋਏਗਾ, ਅਸੀਂ ਪ੍ਰਭੂ ਮਿਲਾਪ ਹਾਸਲ ਕਰਾਂਗੇ। ਤੇ ਜੇ ਦੁਨਿਆਵੀ ਤੌਰ ਤੇ ਵੀ ਅਸੀਂ ਵੇਖੀਏ ਤੇ ਜਿਹੜੇ ਪਤੀ ਪਤਨੀ ਇੱਕ ਦੂਜੇ ਦੇ ਭਾਵ ਵਿੱਚ ਰਹਿੰਦੇ ਨੇ, ਪਿਆਰ ਵਿੱਚ ਰਹਿੰਦੇ ਨੇ ਔਰ ਆਪਣੇ ਆਚਰਨ ਨੂੰ ਉੱਚਾ ਰੱਖਦੇ ਨੇ, ਉਹਨਾਂ ਦਾ ਘਰ ਪਰਿਵਾਰ ਵੀ ਕਿੰਨਾ ਸੋਹਣਾ ਵਸਦਾ ਹੈ। ਪਤੀ ਵੀ ਆਚਰਨ ਵਾਲਾ ਹੈ, ਪਤਨੀ ਵੀ ਆਚਰਨ ਵਾਲੀ ਹੈ। ਪਤਨੀ ਪਤੀਵਰਤਾ ਧਰਮ ਦੇ ਅੰਦਰ ਪੱਕੀ ਹੈ ਔਰ ਪਤੀ ਪਤਨੀ ਵਰਤ ਧਰਮ ਦੇ ਅੰਦਰ ਪੱਕਾ ਹੈ। ਉਹਨਾਂ ਦਾ ਕਿੰਨਾ ਪਿਆਰ ਹੋਏਗਾ, ਉਹਨਾਂ ਦੇ ਜੀਵਨ ਵਿੱਚ ਕਿੰਨੀ ਖੁਸ਼ੀ ਹੋਏਗੀ। ਇਸ ਲਈ ਇਹ ਮਹਾਨ ਸੰਦੇਸ਼ ਹੈ, ਉਪਦੇਸ਼ ਹੈ ਗੁਰੂ ਜੀ ਦਾ, ਜਿਸ ਕਰਕੇ ਸਾਡੇ ਘਰ ਪਰਿਵਾਰਾਂ ਦੇ ਅੰਦਰ ਸੁਖ ਸ਼ਾਂਤੀ ਰਹਿ ਸਕਦੀ ਹੈ ਔਰ ਨਾਲ ਅਸੀਂ ਪ੍ਰਭੂ ਦੇ ਅੰਦਰ ਸਮਾ ਕੇ ਪ੍ਰਭੂ ਦਾ ਰੂਪ ਹੋ ਸਕਦੇ ਹਾਂ, ਜੀਵਨ ਮੁਕਤੀ ਮਾਣ ਸਕਦੇ ਹਾਂ ਔਰ ਜ਼ਿੰਦਗੀ ਦੇ ਅੰਦਰ ਆਨੰਦ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਹੇ ਚੂਹ ਚੂਹੇ ਕਸੁੰਭੇ ਰੰਗ ਨਾਲ ਪਿਆਰ ਕਰਨ ਵਾਲੀ ਵਿਚਾਰੀਏ, ਖਸਮ ਪ੍ਰਭੂ ਨੂੰ ਚੇਤੇ ਰੱਖ, ਅਵਗੁਣਾਂ ਨੂੰ ਛੱਡ, ਗੁਣਾਂ ਦੀ ਧਾਰਨੀ ਹੋ। ਇਹਦੇ ਨਾਲ ਕੀ ਹੋਏਗਾ? ਨਾਨਕ ਜਨਮ ਸਵਾਰੇ ਆਪਣਾ, ਕੁਲ ਭੀ ਛੁੱਟੀ ਨਾਲ। ਇਸ ਤਰ੍ਹਾਂ ਤੂੰ ਆਪਣਾ ਜੀਵਨ ਸਵਾਰ ਲਵੇਂਗੀ ਕੁਲ ਭੀ ਛੁੱਟੀ ਨਾਲ, ਤੇ ਜੋ ਤੇਰੀ ਕੁਲ ਹੈ ਉਹਦਾ ਵੀ ਉਧਾਰ ਹੋ ਜਾਏਗਾ। ਕੁਲ ਕਿਹੜੀ ਹੈ? ਸਾਡੀ ਜੋ ਮੇਰੇ ਨਾਲ ਹਮੇਸ਼ਾ ਰਹਿੰਦੀ ਹੈ, ਮੇਰੀ ਕੁਲ ਮੇਰੇ ਗਿਆਨ ਇੰਦਰੇ ਨੇ। ਜੇ ਮੈਂ ਰੱਬ ਨੂੰ ਯਾਦ ਰੱਖਾਂ ਤਾਂ ਉਸ ਦੇ ਨਾਲ ਕੀ ਹੋਏਗਾ ਕਿ ਮੇਰੇ ਜਿੰਨੇ ਵੀ ਗਿਆਨ ਇੰਦਰੇ ਨੇ, ਅੱਖਾਂ ਨੇ, ਕੰਨ ਨੇ ਜਾਂ ਹੱਥ ਪੈਰ ਨੇ, ਇਹ ਵਿਕਾਰਾਂ ਵੱਲੋਂ ਰੁਕ ਜਾਣਗੇ। ਇਹਨਾਂ ਦਾ ਵਿਕਾਰਾਂ ਨਾਲੋਂ ਛੁਟਕਾਰਾ ਹੋ ਜਾਏਗਾ। ਔਰ ਇਸ ਤੋਂ ਇਲਾਵਾ ਅਗਲੀ ਗੱਲ, ਜੇ ਕੋਈ ਮੇਰੇ ਨਾਲ ਹੋਰ ਮਿਲੇਗਾ ਉਹਦਾ ਵੀ ਪਾਰ ਉਤਾਰਾ ਹੋਏਗਾ, ਜੇ ਉਹ ਵੀ ਇਸ ਰਾਹ ਨੂੰ ਅਪਣਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੂੰ ਪ੍ਰਭੂ ਨੂੰ ਯਾਦ ਰੱਖੇ, ਆਪਣਾ ਆਚਰਨ ਉੱਚਾ ਬਣਾਏ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਰੱਬੀ ਪਿਆਰ ਦੇ ਨਾਲ ਆਪਣੇ ਆਪ ਨੂੰ ਰੰਗੇ, ਆਪਣੇ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਵੇਂ, ਰੱਬੀ ਗੁਣਾਂ ਨੂੰ ਹਮੇਸ਼ਾ ਆਪਣੀ ਯਾਦ ਅੰਦਰ ਟਿਕਾਏ, ਤਾਂ ਤੇਰੇ ਸਾਰੇ ਗਿਆਨ ਇੰਦਰੇ ਵਿਕਾਰਾਂ ਵੱਲੋਂ ਬਾਜ ਆ ਜਾਣਗੇ ਔਰ ਤੇਰਾ ਜਿਹੜਾ ਜੀਵਨ ਹੈ ਉਹ ਸਮਰ ਜਾਏਗਾ, ਤੇਰਾ ਜੀਵਨ ਸੋਹਣਾ ਬਣ ਜਾਏਗਾ।
तेरे जीवन दे अंदर कुछ आज नहीं रहेगा, तू सुचज्जे और महान जीवन वाला हो निबड़ेगा। पौड़ी, आपे तखत रचायोन आकाश पताला। रचायोन का मतलब रचाया है, आकाश पताला का मतलब है सारा संसार, उच्चे थां नीवे थां, आकाश पताल दे अंदर दरम्यान वाला थां। आकाश पताल का मतलब सारा संसार। ਤਾਂ ਆਪੇ ਤਖਤ ਰਚਾਇਓਨ, ਤਖਤ ਦਾ ਮਤਲਬ ਤਖਤ ਜਿਸ ਦੇ ਉੱਤੇ ਪ੍ਰਭੂ ਨੇ ਨਿਵਾਸ ਕਰਨਾ ਹੈ, ਜਿਹੜੇ ਤਖਤ ਦੇ ਉੱਤੇ ਬਹਿਣਾ ਹੈ, ਨਿਵਾਸ। ਤਾਂ ਪ੍ਰਭੂ ਨੇ ਇਹ ਸਾਰਾ ਸੰਸਾਰ ਆਪਣੇ ਵਾਸਤੇ ਮਾਨੋ ਤਖਤ ਬਣਾਇਆ ਹੈ। ਮੀਨਸ ਕਿ ਇਹ ਸੰਸਾਰ ਪ੍ਰਭੂ ਦਾ ਨਿਵਾਸ ਸਥਾਨ ਹੈ, ਉਹਨੇ ਆਪਣਾ ਇਹ ਤਖਤ ਰਚਿਆ ਹੈ। ਇਸ ਤਖਤ ਦੇ ਉੱਤੇ ਉਹ ਆਪ ਹੈ। ਇੱਥੇ ਗੁਰੂ ਸਾਹਿਬ ਜੀ ਇਸ ਸ਼ਬਦਾਵਲੀ ਨਾਲ ਸਾਨੂੰ ਸਮਝਾ ਰਹੇ ਨੇ कि आपे तखत रचायो आकाश पताला, कि आकाश पताल आदिक सारा संसार जगत रूप तखत प्रभु ने आप बनाया है। इतिहासा की वार विच असीं पढ़िया सी ना, यह जग सच्चे की है कोठड़ी, सच्चे का विश्वास। इथे तखत कह रहे ने, उथे कोठड़ी कही सी कि ये जगत प्रभु दी सोहनी रिहाइश है जिहदे विच वो रह रहा है। तीजे थां ते कहंदे ने कुदरत करके वसिया सोए, कि कुदरत रच के आप भी कुदरत दे विच ही वस रहा है, इहदे तो वखरा नहीं है। ਤਾਂ ਇਹ ਸੰਸਾਰ ਜਿਹੜਾ ਰਚਿਆ ਹੈ ਇਹ ਪ੍ਰਭੂ ਦਾ ਨਿਵਾਸ ਹੈ, ਭਾਵ ਕਿ ਇਸ ਕੁਦਰਤ ਦੇ ਅੰਦਰ ਉਹ ਆਪ ਸਮਾਇਆ ਹੋਇਆ ਹੈ ਔਰ ਇਹ ਸਾਰਾ ਸੰਸਾਰ ਉਹਦੇ ਹੁਕਮ ਰਜ਼ਾ ਵਿੱਚ ਚੱਲਦਾ ਹੈ। ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ। ਸਾਜੀਅਨ ਦਾ ਮਤਲਬ ਸਾਜੀ, ਧਰਮਸ਼ਾਲਾ ਦਾ ਮਤਲਬ ਧਰਮ ਕਮਾਣ ਦੀ ਥਾਂ। प्रभु ने हुक्म विच ही धरती साजी है और एक आदे वास्ते सच्ची धर्मशाला। ये सच्ची धर्मशाल है। धर्मशाल का मतलब धर्म कमान लई, ते धर्म का मतलब माला फेरनी नहीं, धर्म का मतलब समाधियां लाणियां जां कुछ विखावे दे कर्म कांड करने नहीं। धर्म का मतलब है फर्ज, फर्जां नूं पूरियां करन लई। और ये धर्मशाला सच्ची है, झूठी नहीं है, सच्ची है। इत्थे सच नूं आधार बना के मनुखी फर्जां नूं पूरियां करना है। मैं आपनूं एक निक्की जी कहानी सरवण कराई सी एक वारी काफी समा पहला, कि ट्रेन रुकी और स्टेशन ते ट्रेन रुकन तो बाद कुछ मुसाफिर उतरे। कुछ मुसाफिर आपो अपने घरां नूं चले गए और कुछ मुसाफिर जो दो परिवार सन उस स्टेशन दे उत्ते खड़े ने, क्योंकि उन्हां दी जो मंजिल है वो थोड़ी अगे है। हुण उन्हां ने वो सफर जिहड़ा है किसी होर साधन नाल करना है, अगे ट्रेन नहीं जाती। रात पै गई है, रात रुकना है, सवेरे अपनी मंजिल वल वधना है, पर इत्थे उन्हां दी कोई जान पहचान नहीं। इन्हां ने किसी तो पूछा भी इत्थे रिहाइश किते मिल सकती है, कोई होटल जां कोई कुछ भी जगह किते रहण वास्ते। किसी बंदे ने दस्सिया कि सामने जाओगे ना ते अगे खब्बे पासे मुड़ोगे, बहुत वड्डी धर्मशाला है और उथों दा प्रबंध बहुत वधिया है, तुहानूं उत्थे रिहाइश मिल जाएगी, आप धर्मशाला विच चले जाओ। ये लोग धर्मशाला विच चले गए, उत्थे मैनेजर नूं जाके मिले, उन्हें इन्हां नूं जी आया आख्या और दोवां नूं दो कमरे दे दिते। दो कमरियां दी चाबी कि है तुसी कमरा है, आपो अपने कमरे दे विच प्रवेश कर गए। हुण जो पहला एक परिवार सी ना, उन्हें पहला तो धन्नवाद किया रब दा कि हे रब्बा शुक्र है तेरा कि सानू आ रहन वास्ते जगह मिल गई, किन्ना चंगा प्रबंध है इत्थे। इन्हां ने पहला कमरे नूं साफ किया, कमरे नूं साफ करके फिर जो प्रशादा पानी सी छकिया ते जो वेस्टेज सी उहनूं बिन वगैरह विच पाया। दूजा परिवार, उन्हां चों एक जी ने कहा थोड़ी सफाई कर लईए, दूजा कहन लगा तू खरीदनी है, रात तां कटनी, सफाई दा पिओ बनिया, सफाई। रात नूं सौ गए, प्रशादा पानी छकिया, जो अखबार सी जां अचार सी, जो बाकी दा समान सी उत्थे सुट्टिया। सवेरे हुई, कमरा बंद किया और चाबी दे के चले गए। लेकिन जो पहला परिवार सी, सवेरे उठे, इशनान पान किया, प्रभु दा शुकराना किया, कमरा साफ किया और एक बड़ी सोहनी जी सीनरी कढ के नवे साल दा कैलेंडर इस कमरे दे अंदर ला गए ते नाल एक धूफ दिखा गए।
ਔਰ ਧੰਨਵਾਦ ਕਰਕੇ ਚਲੇ ਗਏ। ਬਾਅਦ ਵਿੱਚ ਮੈਨੇਜਰ ਆਇਆ, ਆਣ ਕੇ ਪਹਿਲਾ ਕਮਰਾ ਖੋਲਿਆ, ਵੇਖਿਆ ਰਜਾਈਆਂ ਬਿਸਤਰੇ ਖਿਲਰੇ ਪਏ ਨੇ ਤੇ ਸਗੋਂ ਉੱਥੇ ਗੰਦਗੀ ਪਈ, ਇੱਕ ਪਾਸੇ ਅਖਬਾਰ ਪਏ ਨੇ, ਕੇਲਿਆਂ ਦੀਆਂ ਛਿਲੜਾਂ ਪਈਆਂ ਨੇ, ਸੰਤਰਿਆਂ ਦੀਆਂ ਛਿਲੜਾਂ ਪਈਆਂ ਨੇ, ਸਬਜ਼ੀ ਪਈ ਹੈ। ਔਰ ਇਸਨੇ ਮੈਨੇਜਰ ਨੇ ਕਿਹਾ, ਇਹਨਾਂ ਲੋਕਾਂ ਨੂੰ ਕੋਸਿਆ ਕਿ ਕੈਸੇ ਨਲਾਇਕ ਇਨਸਾਨ ਨੇ, ਇਹੋ ਜਿਹੇ ਰੱਬਾ ਮੁਸਾਫਿਰ ਮੁੜ ਕੇ ਇਸ ਧਰਮਸ਼ਾਲਾ ਵਿੱਚ ਨਾ ਆਉਣ ਜੋ ਇਹ ਧਰਮਸ਼ਾਲਾ ਨੂੰ ਗੰਦੀ ਕਰਕੇ ਗਏ। ਇਸੇ ਗੁੱਸੇ ਦੇ ਨਾਲ ਦੂਜੇ ਕਮਰੇ ਵਿੱਚ ਵੜਿਆ, ਕਮਰਾ ਖੋਲਿਆ ਸੀ, ਅੰਦਰੋਂ ਸੁਗੰਧ ਆ ਰਹੀ ਸੀ, ਕਮਰਾ ਸਾਫ਼ ਸੀ, ਜਾਲੇ ਉਤਰੇ ਹੋਏ ਸਨ ਤੇ ਸਾਹਮਣੇ ਨਵੇਂ ਸਾਲ ਦਾ ਇੱਕ ਸੋਹਣਾ ਜਿਹਾ ਸੀਨਰੀ ਵਾਲਾ ਕੈਲੰਡਰ ਟੰਗਿਆ ਸੀ। ਇਸਨੇ ਅਰਦਾਸ ਕੀਤੀ ਕਿ ਹੇ ਰੱਬਾ, ਇਹੋ ਜਿਹੇ ਮੁਸਾਫਿਰ ਹਰ ਰੋਜ਼ ਭੇਜ ਜੋ ਇਸ ਧਰਮਸ਼ਾਲਾ ਨੂੰ ਸਫਾਈ ਰੱਖਣ ਵਿੱਚ ਵੀ ਸਹਿਯੋਗ ਕਰਨ ਤੇ ਨਾਲ ਇਹਦੀ ਸੁੰਦਰਤਾ ਦੇ ਅੰਦਰ ਚਾਰ ਚਾਂਦ ਲਗਾ ਜਾਣ। ਇਹ ਸੰਸਾਰ ਵੀ ਇੱਕ ਧਰਮਸ਼ਾਲਾ ਹੈ, ਇਥੋਂ ਵੀ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਹੈ। ਇੱਥੇ ਵੀ ਦੋ ਤਰ੍ਹਾਂ ਦੇ ਮੁਸਾਫਿਰ ਆਉਂਦੇ ਨੇ, ਇੱਕ ਉਹ ਨੇ ਜਿਹੜੇ ਇਸ ਧਰਮਸ਼ਾਲਾ ਨੂੰ, ਸੰਸਾਰ ਨੂੰ ਗੰਦਿਆਂ ਕਰਦੇ ਨੇ, ਇੱਥੇ ਕਾਮ ਕ੍ਰੋਧ ਲੋਭ ਮੋਹ ਦੀ ਗੰਦਗੀ ਫੈਲਾਉਂਦੇ ਨੇ, ਧਰਮ ਦੇ ਨਾਮ ਤੇ ਇਮੋਸ਼ਨਲ ਬਲੈਕਮੇਲ ਕਰਦੇ ਨੇ, ਅੰਧ ਵਿਸ਼ਵਾਸ ਫੈਲਾਉਂਦੇ ਨੇ, ਰਾਜਨੀਤੀ ਦੇ ਨਾਮ ਤੇ ਗੰਦਗੀ ਪਾਉਂਦੇ ਨੇ, ਸਮਾਜਿਕ ਦੁਨੀਆ ਦੇ ਅੰਦਰ ਕਰਪਸ਼ਨ ਫੈਲਾਉਂਦੇ ਨੇ ਔਰ ਇਸ ਸੰਸਾਰ ਨੂੰ ਗੰਦਿਆਂ ਕਰਕੇ ਚਲੇ ਜਾਂਦੇ ਨੇ। ਐਸੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਕੋਸਦੀਆਂ ਨੇ, ਇਤਿਹਾਸ ਐਸੇ ਲੋਕਾਂ ਨੂੰ ਕੋਸਦਾ ਹੈ, ਇਤਿਹਾਸ ਕਦੇ ਵੀ ਨਹੀਂ ਬਖਸ਼ਦਾ। ਔਰ ਕਦੇ ਕੁਝ ਇਸ ਸੰਸਾਰ ਦੇ ਅੰਦਰ ਐਸੇ ਮੁਸਾਫਿਰ ਆਉਂਦੇ ਨੇ ਜੋ ਇਸ ਸੰਸਾਰ ਦੀ ਗੰਦਗੀ ਨੂੰ ਹੂੰਝਦੇ ਨੇ, ਇਸ ਸੰਸਾਰ ਨੂੰ ਸਾਫ਼ ਸੁਥਰਾ ਕਰਦੇ ਨੇ ਔਰ ਆਖਿਰ ਇਸ ਸੰਸਾਰ ਨੂੰ ਸਾਫ਼ ਸੁਥਰਾ ਕਰਕੇ ਤੇ ਇਸ ਸੰਸਾਰ ਦੇ ਅੰਦਰ ਸੁਗੰਧ ਪੈਦਾ ਕਰਕੇ ਚਲੇ ਜਾਂਦੇ ਨੇ। ਐਸੇ ਮੁਸਾਫਿਰਾਂ ਚ ਅਸੀਂ ਦੇਖ ਸਕਦੇ ਹਾਂ, ਇੱਕ ਪਾਸੇ ਔਰੰਗਜ਼ੇਬ ਵਰਗੇ ਮੁਸਾਫਿਰ ਨੇ ਜੋ ਇਸ ਸੰਸਾਰ ਵਿੱਚ ਆਏ, ਉਹਨਾਂ ਨੇ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੈ। ਦੂਜੇ ਪਾਸੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜੋ ਇਸ ਸੰਸਾਰ ਦੇ ਅੰਦਰ ਆਏ ਨੇ, ਜਿਨ੍ਹਾਂ ਨੇ ਪਾਪਾਂ ਔਰ ਅਪਰਾਧਾਂ ਨੂੰ ਖਤਮ ਕੀਤਾ ਹੈ, ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਔਰ ਆਪਣੀ ਸ਼ਹੀਦੀ ਦੀ ਤਸਵੀਰ ਸਦਾ ਵਾਸਤੇ ਇਸ ਸੰਸਾਰ ਦੇ ਅੰਦਰ ਟੰਗ ਕੇ ਚਲੇ ਗਏ ਨੇ। ਹੁਣ ਅਸੀਂ ਇਸ ਸੰਸਾਰ ਧਰਮਸ਼ਾਲਾ ਵਿੱਚ ਹਾਂ, ਅਸੀਂ ਕਿਹੜੇ ਮੁਸਾਫਿਰ ਬਣਨੇ ਚਾਹਾਂਗੇ? ਰੱਬ ਨੇ ਜੋ ਇਸ ਸ੍ਰਿਸ਼ਟੀ ਸਿਰਜੀ ਹੈ, ਗੁਰੂ ਜੀ ਕਹਿੰਦੇ ਨੇ ਸੱਚੀ ਧਰਮਸ਼ਾਲਾ ਹੈ। ਇੱਥੇ ਫਰਜ਼ ਨਿਭਾਉਣ ਵਾਸਤੇ ਹਾਂ ਔਰ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਨਾ ਹੈ। ਜੇਕਰ ਹਰ ਇਨਸਾਨ ਇਸ ਪੰਕਤੀ ਨੂੰ ਪੜ੍ਹੇ ਔਰ ਇਸ ਦੇ ਉੱਤੇ ਅਮਲ ਕਰੇ, ਹਰ ਇਨਸਾਨ ਆਪਣੇ ਆਪਣੇ ਥਾਂ ਤੇ ਜਿੰਨਾ ਵੀ ਕੋਈ ਕਰ ਸਕਦਾ ਹੈ, ਤਾਂ ਸੰਸਾਰ ਕਿੰਨਾ ਸੋਹਣਾ ਬਣ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਨੇ ਇਹ ਆਪਣਾ ਤਖਤ ਬਣਾਇਆ ਹੈ, ਇਹ ਸੰਸਾਰ ਰੱਬ ਦਾ ਨਿਵਾਸ ਹੈ, ਇਹਦੇ ਵਿੱਚ ਰੱਬ ਨੇ ਧਰਤੀ ਸਿਰਜੀ ਹੈ ਔਰ ਉਹ ਫਰਜ਼ ਨਿਭਾਉਣ ਵਾਸਤੇ ਹੈ। ਇੱਥੇ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਨਿਭਾਉਣ ਦਾ ਯਤਨ ਕਰਨਾ ਹੈ ਔਰ ਇਹ ਧਰਮਸ਼ਾਲ ਸੱਚੀ ਹੈ। ਅਗਲਾ ਬਚਨ ਗੁਰੂ ਜੀ ਕਰ ਰਹੇ ਨੇ, ਆਪ ਉਪਾਏ ਖਪਾਏਂਦਾ ਸੱਚੇ ਦੀਨ ਦਿਆਲਾ। ਸੱਚੇ ਦਾ ਮਤਲਬ ਸਦਾ ਰਹਿਣ ਲਈ, ਦੀਨ ਦਿਆਲਾ ਦਾ ਮਤਲਬ ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ। ਉਪਾਏ ਦਾ ਮਤਲਬ ਪੈਦਾ ਕਰਦਾ ਹੈ, ਖਪਾਏ ਦਾ ਮਤਲਬ ਖਪਾਂਦਾ, ਨਾਸ ਕਰਦਾ ਹੈ। ਦੀਨਾਂ ਤੇ ਦਇਆ ਕਰਨ ਵਾਲਾ, ਸਦਾ ਕਾਇਮ ਰਹਿਣ ਵਾਲੇ ਪ੍ਰਭੂ, ਤੂੰ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਔਰ ਆਪ ਹੀ ਨਾਸ਼ ਕਰਦਾ ਹੈ। ਯਾਨੀ ਜੀਵਨ ਔਰ ਮੌਤ ਇਹ ਪ੍ਰਭੂ ਦੇ ਹੱਥ ਵਿੱਚ ਹੈ, ਜੀਵਨ ਔਰ ਮੌਤ ਰੱਬੀ ਰਜ਼ਾ ਦੇ ਵਿੱਚ ਹੈ। ਤੇ ਯਾਦ ਰੱਖਣਾ, ਪ੍ਰਭੂ ਦੀਨ ਦਿਆਲ ਹੈ, ਦੀਨਾਂ ਤੇ ਦਇਆ ਕਰਨ ਵਾਲਾ ਹੈ। ਤੇ ਅਸਲੀ ਦੀਨ ਕੌਣ ਹੈ? ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਜਿਸ ਤੇ ਹਿਰਦੇ ਅੰਦਰ ਗੁਣ ਨਹੀਂ ਹਨ, ਜਿਸ ਤੇ ਜੀਵਨ ਵਿੱਚ ਸੱਚਾਈ ਨਹੀਂ, ਦਇਆ ਨਹੀਂ, ਸੰਤੋਖ ਨਹੀਂ, ਪਿਆਰ ਮੁਹੱਬਤ ਨਹੀਂ, ਉਹ ਅਸਲੀ ਦੀਨ ਹੈ, ਉਹ ਕੰਗਾਲ ਹੈ ਆਤਮਿਕ ਜੀਵਨ ਵੱਲੋਂ। ਤੇ ਜੇ ਐਸਾ ਕੰਗਾਲ ਆਦਮੀ ਵੀ ਪ੍ਰਭੂ ਦੀ ਸ਼ਰਨ ਦੇ ਅੰਦਰ ਆਏ ਤਾਂ ਪ੍ਰਭੂ ਉਸ ਦੇ ਉੱਤੇ ਰਹਿਮਤ ਕਰਕੇ ਉਸ ਨੂੰ ਵੀ ਗੁਣਾਂ ਦੇ ਨਾਲ ਮਾਲਾ ਮਾਲ ਕਰ ਦਿੰਦਾ ਹੈ। ਤਾਂ ਇਸ ਦੀਨ ਦਿਆਲ ਸ਼ਬਦ ਦੇ ਅੰਦਰੋਂ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਕਾਰਾਤਮਕ ਸੋਚ ਨਿਕਲਦੀ ਹੈ ਕਿ ਜੇ ਕਿਤੇ ਸਾਡੇ ਜੀਵਨ ਵਿੱਚ ਕਮੀਆਂ ਔਰ ਦੋਸ਼ ਨੇ, ਅਸੀਂ ਰੱਬੀ ਸ਼ਰਨ ਵਿੱਚ ਆ ਕੇ ਸ਼ੁਭ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ, ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਸਭਨਾ ਰਿਜਕ ਸੰਬਾਹੇ ਦਾ ਤੇਰਾ ਹੁਕਮ ਨਿਰਾਲਾ। ਨਿਰਾਲਾ ਦਾ ਮਤਲਬ ਹੈਰਾਨ ਕਰ ਦੇਣ ਵਾਲਾ, ਅਸ਼ਚਰਜ, ਵੰਡਰਫੁਲ। ਰਿਜਕ ਦਾ ਮਤਲਬ ਰੋਜੀ, ਸੰਬਾਹਿੰਦਾ ਦਾ ਮਤਲਬ ਅਪਣਾਉਂਦਾ ਹੈ। ਤੇਰਾ ਹੁਕਮ ਅਨੋਖਾ ਹੈ, ਵੰਡਰਫੁਲ ਹੈ।
ਹੈਰਾਨ ਕਰ ਦੇਣ ਵਾਲਾ ਹੈ, ਵਿਸਮਾਦ ਵਿੱਚ ਲੈ ਜਾਣ ਵਾਲਾ ਹੈ ਕਿ ਕਿਵੇਂ ਹੁਕਮ ਦੇ ਅੰਦਰ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ, ਔਰ ਫਿਰ ਇਸ ਹੁਕਮ ਨੂੰ ਮੋੜਿਆ ਨਹੀਂ ਜਾ ਸਕਦਾ, ਇਸ ਹੁਕਮ ਤੋਂ ਬਾਹਰ ਕੁਝ ਕੀਤਾ ਨਹੀਂ ਜਾ ਸਕਦਾ। ਤੇ ਤੇਰੇ ਇਸ ਹੁਕਮ ਦੇ ਅੰਦਰ ਸਭ ਜੀਵਾਂ ਨੂੰ ਤੂੰ ਰਿਜ਼ਕ ਅਪੜਾ ਰਿਹਾ ਹੈ, ਤੇਰਾ ਹੁਕਮ ਸਭ ਜੀਵਾਂ ਨੂੰ ਰਿਜ਼ਕ ਅਪੜਾ ਰਿਹਾ ਹੈ, ਹੁਕਮ ਦੇ ਅੰਦਰ ਹਰ ਚੀਜ਼ ਪਹੁੰਚ ਰਹੀ ਹੈ। ਹੁਕਮ ਹੈਰਾਨ ਕਰ ਦੇਣ ਵਾਲਾ ਹੈ, ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਹੁਕਮ ਤੋਂ ਉਲਟ ਕੁਝ ਕੀਤਾ ਨਹੀਂ ਜਾ ਸਕਦਾ, ਔਰ ਰੱਬੀ ਹੁਕਮ ਦੇ ਅੰਦਰ ਸਾਰਿਆਂ ਨੂੰ ਰਿਜ਼ਕ, ਰੋਜੀ, ਜੀਵਨ ਮਿਲ ਰਿਹਾ ਹੈ, ਔਰ ਸਭ ਕੁਝ ਹੁਕਮ ਦੇ ਅੰਦਰ ਹੈ। ਹੈਰਾਨ ਕਰ ਦੇਣ ਵਾਲਾ ਹੈ ਪ੍ਰਭੂ ਤੇਰਾ ਹੁਕਮ। ਆਪੇ ਆਪ ਵਰਤਦਾ, ਆਪੇ ਪ੍ਰਤਿਪਾਲਾ। ਆਪੇ ਆਪ ਦਾ ਮਤਲਬ ਹਰ ਥਾਂ, ਵਰਤਦਾ ਦਾ ਮਤਲਬ ਵਰਤ ਰਿਹਾ ਹੈ, ਮੌਜੂਦ ਹੈ। ਆਪੇ ਪ੍ਰਤਿਪਾਲਾ, ਪ੍ਰਤਿਪਾਲਾ ਦਾ ਮਤਲਬ ਪਾਲਦਾ ਹੈ। ਇਹਨੂੰ ਪ੍ਰਿਤਪਾਲ ਨਹੀਂ ਪੜਨਾ, ਤੱਤੇ ਦੇ ਨਾਲ ਸਿਹਾਰੀ ਲਗਾਣੀ ਹੈ, ਪ੍ਰਤਿਪਾਲ। ਆਪੇ ਆਪ ਵਰਤਦਾ, ਆਪੇ ਪ੍ਰਤਿਪਾਲਾ। ਹਰ ਥਾਂ ਤੋਂ ਖੁਦ ਆਪ ਹੀ ਆਪ ਮੌਜੂਦ ਹੈ, ਔਰ ਆਪ ਹੀ ਸਭ ਜੀਵਾਂ ਦੀ ਪਾਲਣਾ ਕਰ ਰਿਹਾ ਹੈ। ਦੇਖੋ ਕਿੰਨੇ ਸਾਫ਼ ਲਫ਼ਜ਼ਾਂ ਵਿੱਚ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਆਪੇ ਆਪ ਵਰਤਦਾ, ਕਿ ਆਪ ਹੀ ਆਪ ਵਰਤ ਰਿਹਾ ਹੈ, ਹਰ ਥਾਂ ਦੇ ਉੱਤੇ ਆਪ ਹੀ ਆਪ ਹੈ, ਉਸ ਆਪ ਤੋਂ ਬਿਨਾ ਕੁਝ ਵੀ ਨਹੀਂ ਹੈ। ਕਾਸ਼ ਇਨਸਾਨ ਇਸ ਚੀਜ਼ ਨੂੰ ਸਮਝ ਸਕਣ ਔਰ ਇਸ ਦੇ ਉੱਤੇ ਅਮਲ ਕੀਤਾ ਜਾ ਸਕੇ, ਸਾਡੀ ਇਹ ਜ਼ਿੰਦਗੀ ਸਵਰਗ ਹੋ ਜਾਏ। ਮੈਂ ਇਹ ਬੇਨਤੀਆਂ ਰੋਜ਼ ਕਰ ਰਿਹਾ ਹਾਂ ਕਿ ਆਪੇ ਆਪ ਹੀ ਇਹ ਸਾਰੇ ਪਾਸੇ, ਸਾਰਾ ਜਗਤ ਦਿਸਦਾ ਉਸੇ ਦਾ ਰੂਪ ਹੈ, ਸਾਡੇ ਵਿੱਚ ਕੋਈ ਵਖਰੇਵੇਂ ਨਹੀਂ ਹਨ, ਇੱਕੋ ਹੀ ਹੈ ਸਾਰਾ ਕੁਝ। ਇੱਕ ਸਿਸਟਮ ਚੋਂ ਹੀ ਅਸੀਂ ਸਾਰੇ ਪੈਦਾ ਹੋਏ ਹਾਂ, ਸਾਰੇ ਹੀ ਮਾਂ ਦੇ ਗਰਭ ਵਿੱਚ 9 ਮਹੀਨੇ ਰਹਿਣੇ, ਹਰ ਇੱਕ ਪੌਣ ਪਾਣੀ ਬੈਸੰਤਰ ਰਾਹੀਂ ਜ਼ਿੰਦਗੀ ਜੀ ਰਿਹਾ ਹੈ। ਇੱਕੋ ਹੀ ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਇਹ ਸਾਰੇ ਸਾਡੇ ਵਾਸਤੇ ਇੱਕ ਜੈਸਾ ਹੀ ਸਾਰਾ ਹੈ। 24 ਘੰਟੇ ਹੀ ਸਾਰਿਆਂ ਨੂੰ ਸਮਾਂ ਮਿਲਦਾ ਹੈ। ਜਿਹੜੇ ਚੰਗੇ ਬੰਦੇ ਨੇ ਨਾ, ਧਰਮੀ ਨੇ, ਜਾਂ ਜਿਨ੍ਹਾਂ ਨੇ ਵਿਕਾਸ ਕੀਤਾ ਹੈ, ਜਿਨ੍ਹਾਂ ਕੁਝ ਖੋਜਾਂ ਕੀਤੀਆਂ ਨੇ, ਉਹਨਾਂ ਦਾ ਦਿਨ 26 ਘੰਟੇ ਦਾ ਨਹੀਂ ਹੁੰਦਾ, 25 ਘੰਟੇ ਦਾ ਨਹੀਂ ਹੁੰਦਾ। ਉਹਨਾਂ ਵਾਸਤੇ ਵੀ 24 ਘੰਟੇ ਹੀ ਨੇ, ਉਹਨਾਂ ਵਾਸਤੇ ਹੀ ਇਹੀ ਹਵਾ, ਇਹੀ ਸੂਰਜ, ਇਹੀ ਚੰਦਰਮਾ, ਇਹੀ ਧਰਤੀ ਹੈ, ਉਹਨਾਂ ਵਾਸਤੇ ਵੀ ਇਹੀ ਸੰਸਾਰ ਹੈ। ਲੇਕਿਨ ਉਹ ਚੰਗੇ ਨੇ, ਇਹਦਾ ਮਤਲਬ ਸਾਰੇ ਕੁਝ ਇੱਕ ਹੀ ਨੇ ਨਾ, ਅਸੀਂ ਵੱਖਰੇ ਨਹੀਂ ਹਾਂ, ਇੱਕੋ ਹੀ ਹੈ ਸਾਰਾ ਕੁਝ। ਪਰ ਸਾਡੀ ਸੋਚ ਦੇ ਅੰਦਰ ਵਖਰੇਵੇਂ ਨੇ। ਜ਼ਰੂਰਤ ਆਪਣੀ ਈਗੋ ਨੂੰ ਖਤਮ ਕਰਨ ਦੀ ਹੈ, ਜ਼ਰੂਰਤ ਆਪਣੀ ਸੋਚ ਅੰਦਰ ਵਿਸ਼ਾਲਤਾ ਲਿਆਉਣ ਦੀ ਹੈ। ਜਿਵੇਂ ਜਿਵੇਂ ਬੰਦੇ ਨੂੰ ਸਮਝ ਆਏਗੀ ਔਰ ਆਪਣੀ ਸੋਚ ਦੇ ਅੰਦਰ ਵਿਸ਼ਾਲਤਾ ਲਿਆਏਗਾ, ਤਿਵੇਂ ਤਿਵੇਂ ਇਹ ਸੰਸਾਰ ਸੋਹਣਾ ਬਣਦਾ ਚਲਾ ਜਾਏਗਾ। ਔਰ ਇਹ ਸੰਸਾਰ ਸਮਾਜ ਨੂੰ, ਮਨੁੱਖੀ ਜ਼ਿੰਦਗੀ ਨੂੰ ਔਰ ਪਰਿਵਾਰਕ ਜੀਵਨ ਨੂੰ ਸੋਹਣਾ ਔਰ ਸੁਚੱਜਾ ਬਣਾਉਣਾ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਇਹ ਸਾਡੇ ਸਾਰਿਆਂ ਦੇ ਫਰਜ਼ ਨੇ। ਔਰ ਇਹਦੀ ਪਹਿਲ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ, ਜਿਹੜੀ ਵੀ ਅਸੀਂ ਬਾਣੀ ਪੜ੍ਹ, ਸੁਣ ਔਰ ਸਮਝ ਰਹੇ ਹਾਂ। ਇਧਰ ਯਤਨ ਕਰਨ ਦੀ ਲੋੜ ਹੈ। ਸ਼ਲੋਕ ਮਹਿਲਾ ਤੀਜਾ। ਸੂਹਬ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾਉ। ਸੂਹਬ ਦਾ ਮਤਲਬ ਸੂਹੇ ਵੇਸ਼ ਵਾਲੀ, ਜਿਨੇ ਸੁਹਾਗ ਭਾਗ ਵਾਲੇ ਕੱਪੜੇ ਪਾਏ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸੂਹੇ ਵੇਸ਼ ਵਾਲੀਏ, ਤੂੰ ਤਾਂ ਸੁਹਾਗਣੀ ਅਖਵਾ ਸਕਦੀ ਹੈ ਜੇ ਤੂੰ ਸੱਚੇ ਪ੍ਰਭੂ ਦੇ ਹੁਕਮ ਨੂੰ ਮੰਨ ਲਵੇਂ, ਤਾਂ ਤੂੰ ਸੁਹਾਗ ਭਾਗ ਵਾਲੀ ਹੋ ਸਕਦੀ ਹੈ। ਸੂਹਬ ਤਾਂ ਸੁਹਾਗਣੀ, ਕਿ ਹੇ ਸੂਹੇ ਵੇਸ਼ ਵਾਲੀਏ, ਜੇ ਤੂੰ ਸਦਾ ਫਿਰ ਪ੍ਰਭੂ ਦੇ ਹੁਕਮ ਨੂੰ ਮੰਨ ਲਵੇਂ, ਤਾਂ ਤੂੰ ਸੁਹਾਗ ਭਾਗ ਵਾਲੀ ਹੋ ਸਕਦੀ ਹੈ। ਜਾਂ ਮੰਨ ਲਹੇ ਸੱਚ ਨਾਉ। ਨਾਉ ਦਾ ਮਤਲਬ ਹੁਕਮ, ਸੱਚਾ ਹੁਕਮ, ਪ੍ਰਭੂ ਦੀ ਸਿਫਤ ਸਲਾਹ, ਸੱਚ। ਜੇ ਤੂੰ ਸੱਚ ਨੂੰ ਮੰਨ ਲੈ, ਮਨਨ ਕਰੇ, ਇੰਪਲੀਮੈਂਟ ਕਰੇ, ਰੱਬੀ ਹੁਕਮ ਵਿੱਚ ਜੀਵੇਂ, ਰੱਬੀ ਗੁਣਾਂ ਦੀ ਧਾਰਨੀ ਹੋਵੇ, ਤਾਂ ਤੂੰ ਸੁਹਾਗਣੀ ਹੋ ਸਕਦੀ ਹੈ। ਯਾਨੀ ਤੇਰੇ ਅੰਦਰ ਗੁਣ ਆ ਸਕਦੇ ਨੇ, ਔਰ ਸਾਰਿਆਂ ਦੇ ਅੰਦਰ ਪੋਸੀਬਿਲਿਟੀ ਹੈ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਸਾਰੇ ਲੋਕਾਂ ਦੇ ਅੰਦਰ ਵੀ ਬਿਲਕੁਲ ਸੰਭਾਵਨਾ ਹੈ, ਪੋਸੀਬਿਲਿਟੀ ਹੈ। ਜੇ ਸੱਚੇ ਹੁਕਮ ਨੂੰ ਮੰਨ ਲਿਆ ਜਾਏ, ਜੇ ਗੁਣਾਂ ਨੂੰ ਮੰਨ ਲਿਆ ਜਾਏ, ਜੋ ਅਸੀਂ ਆ ਬਚਨ ਰੋਜ਼ ਕਰ ਰਹੇ ਹਾਂ, ਜੇ ਇਹਨਾਂ ਤੇ ਅਮਲ ਕਰ ਲਿਆ ਜਾਏ ਤਾਂ ਕੀ ਹੈ? ਕੁਛ ਵੀ ਨਹੀਂ, ਫਿਰ ਤਾਂ ਸਾਰਾ ਕੁਝ ਹੱਲ ਹੋ ਜਾਂਦਾ ਹੈ। ਗੱਲ ਤਾਂ ਮੰਨਣ ਦੀ ਹੈ। ਇਹ ਸੰਭਾਵਨਾ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਸਵਾਲ ਤਾਂ ਇਹ ਹੈ ਕਿ ਬੰਦਾ ਮੰਨਣਾ ਕਦੋਂ ਸ਼ੁਰੂ ਕਰੇਗਾ। ਦੁਨੀਆ ਦਾ ਕੋਈ ਵੀ ਇਨਸਾਨ ਚੰਗੇ ਤੋਂ ਚੰਗਾ ਇਨਸਾਨ ਬਣ ਸਕਦਾ ਹੈ, ਉਹ ਸਫਲਤਾ ਹਾਸਲ ਕਰ ਸਕਦਾ ਹੈ,
ਜੇ ਉਸ ਦੇ ਅੰਦਰ ਰੰਚਕ ਮਾਤਰ ਵੀ ਵਿਲ ਪਾਵਰ ਹੋਵੇ, ਜੇ ਰਾਈ ਦੇ ਦਾਣੇ ਜਿੰਨੀ ਵਿਲ ਪਾਵਰ ਵੀ ਅੰਦਰ ਹੈ ਨਾ, ਉਹ ਇਨਸਾਨ ਵੀ ਮਹਾਨ ਹੋ ਸਕਦਾ ਹੈ। ਜ਼ਰੂਰਤ ਹੌਸਲੇ ਦੀ ਹੈ, ਜ਼ਰੂਰਤ ਵਿਲ ਪਾਵਰ ਦੀ ਹੈ, ਜ਼ਰੂਰਤ ਆਤਮ ਵਿਸ਼ਵਾਸ ਦੀ ਹੈ। ਇਸ ਲਈ ਜੇ ਸਾਡੇ ਅੰਦਰ ਆਤਮ ਵਿਸ਼ਵਾਸ ਪੈਦਾ ਹੋ ਜਾਏ ਕਿ ਅਸੀਂ ਵੀ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਸਕਦੇ ਹਾਂ, ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ, ਇਹ ਸਾਡਾ ਹੱਕ ਹੈ, ਇਹ ਸਾਡਾ ਫਰਜ਼ ਹੈ, ਤਾਂ ਸਾਡੇ ਅੰਦਰ ਵੀ ਸ਼ੁਭ ਗੁਣ ਆ ਸਕਦੇ ਨੇ। ਗੁਰੂ ਜੀ ਕਹਿੰਦੇ ਨੇ, ਹੇ ਸੂਹੇ ਵੇਸ ਵਾਲੀਏ, ਹੇ ਵਿਕਾਰਾਂ ਦੇ ਨਾਲ ਪਿਆਰ ਕਰਨ ਵਾਲੇ ਮਨੁੱਖਾ, ਜੇ ਤੂੰ ਸੱਚੇ ਹੁਕਮ ਨੂੰ ਮੰਨ ਲਵੇਂ ਤਾਂ ਤੂੰ ਸੁਹਾਗ ਭਾਗ ਵਾਲਾ ਹੋ ਸਕਦਾ ਹੈ, ਤੇਰੀ ਜ਼ਿੰਦਗੀ ਅੰਦਰ ਵੀ ਮਹਾਨਤਾ ਆ ਸਕਦੀ ਹੈ। ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ, ਦੂਜਾ ਨਾਹੀ ਥਾਉ। ਇਸ ਪੰਕਤੀ ਦੇ ਵਿਸਰਾਮ ਇਸ ਤਰ੍ਹਾਂ ਹੋਣਗੇ, ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ, ਦੂਜਾ ਨਾਹੀ ਥਾਉ। ਅਗਲਾ ਦਾ ਮਤਲਬ ਬਹੁਤ। ਸਤਿਗੁਰ ਆਪਣਾ ਮਨਾਏ ਲੈ ਦਾ ਮਤਲਬ ਜੇ ਤੂੰ ਆਪਣੇ ਗੁਰੂ ਨੂੰ ਮਨਾ ਲਵੇਂ, ਜੇ ਤੂੰ ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਮਤਲਬ ਜੇ ਤੂੰ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲੈ, ਜੇ ਤੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ, ਰੂਪ ਚੜੀ ਤਾਂ ਅਗਲਾ, ਫਿਰ ਤੇਰੇ ਤੇ ਬਹੁਤ ਚੰਗੀ ਰੰਗਤ ਚੜ ਜਾਏਗੀ, ਪ੍ਰੇਮ ਦੀ, ਸੱਚ ਦੀ, ਗੁਣਾਂ ਦੀ, ਇਨਸਾਨੀਅਤ ਦੀ। ਤੇਰਾ ਰੂਪ ਬੜਾ ਸੁਹਾਵਣਾ ਹੋ ਜਾਏਗਾ। ਅੱਜ ਦੇ ਬੰਦੇ ਦਾ ਰੂਪ ਵਿਗੜਿਆ ਹੋਇਆ ਹੈ। ਬਾਹਰੀ ਤੌਰ ਤੇ ਬੇਸ਼ੱਕ ਬੰਦਾ ਬਣਿਆ ਫੁੱਬਿਆ ਹੈ, ਬ੍ਰਾਂਡਡ ਕੱਪੜੇ ਪਾਉਂਦਾ ਹੈ, ਮੇਕਅਪ ਕਰਦਾ ਹੈ, ਚਾਹੇ ਔਰਤ ਹੈ ਜਾਂ ਬੰਦਾ ਹੈ, ਸੱਜ ਧੱਜ ਕੇ ਰਹਿੰਦਾ ਹੈ। ਬਾਹਰੀ ਰੂਪ ਚਾਹੇ ਦਾ ਚੰਗਾ ਹੈ, ਲੇਕਿਨ ਅੰਦਰਲਾ ਰੂਪ ਇਸ ਦਾ ਵਿਗੜਿਆ ਹੋਇਆ ਹੈ। ਅਸਲੀ ਰੂਪ ਬੰਦੇ ਦਾ ਵਿਗੜਿਆ ਹੋਇਆ ਹੈ। ਬੰਦਾ ਹੈ ਤਾਂ ਇਹਨੂੰ ਬੰਦਿਆਂ ਵਾਲੇ ਕੰਮ ਕਰਨੇ ਚਾਹੀਦੇ ਨੇ। ਵਿਗੜੇ ਹੋਏ ਰੂਪ ਦੇ ਪ੍ਰਤੱਖ ਅਸੀਂ ਪ੍ਰਮਾਣ ਦੇਖ ਰਹੇ ਹਾਂ। ਰਿਸ਼ਵਤਖੋਰੀ ਹੈ, ਚੋਰੀ ਹੈ, ਬੇਈਮਾਨੀ ਹੈ, ਠੱਗੀਆਂ ਨੇ, ਮਿਲਾਵਟ ਹੈ, ਵੈਰ ਵਿਰੋਧ ਨੇ, ਈਰਖਾ ਦੁਐਸ਼ ਹੈ। ਇਹ ਵਿਗੜਿਆ ਹੋਇਆ ਰੂਪ ਹੀ ਤੇ ਹੈ। ਹੁਣ ਇਹ ਦੇਸ਼ ਜਿਨ੍ਹਾਂ ਵਿੱਚ ਅਸੀਂ ਬੈਠੇ ਹਾਂ, ਇੱਥੇ ਕਿੰਨੇ ਸੋਹਣੇ ਕਾਨੂੰਨ ਬਣਾਏ ਨੇ, ਲੇਕਿਨ ਇਹਨਾਂ ਕਾਨੂੰਨ ਹੋਣ ਦੇ ਬਾਵਜੂਦ ਵੀ ਲੋਕ ਚੋਰੀਆਂ ਕਰਦੇ ਨੇ। ਇੱਥੇ ਵੀ ਲੋਕ ਅਸੀਂ ਦੇਖਦੇ ਹਾਂ, ਬਹੁਤ ਸਾਰੇ ਡਰੱਗੀ ਜਾਂ ਕੁਛ ਬੀਅਰ ਵਗੈਰਾ ਪੀਤਾ ਤੇ ਡੱਬਾ ਜਿੱਥੇ ਮਰਜ਼ੀ ਸੁੱਟ ਕੇ, ਮਤਲਬ ਇੱਥੇ ਵੀ ਪਰਵਾਹ ਨਹੀਂ ਨਾ ਕਰਦੇ। ਵਿਗੜਿਆ ਹੋਇਆ ਰੂਪ ਹੀ ਤੇ ਹੈ ਬੰਦੇ ਦਾ। ਕਿੰਨੇ ਸਾਰੇ ਐਸੇ ਲੋਕ ਨੇ ਜੋ ਇੱਥੋਂ ਦੇ ਦੇਸ਼ਾਂ ਦੀਆਂ ਜੋ ਸਹੂਲਤਾਂ ਨੇ ਉਹਨਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਦੇਖੋ, ਜਾਇਜ਼ ਫਾਇਦਾ ਲੈਣਾ ਹਰ ਇਨਸਾਨ ਦਾ ਹੱਕ ਹੈ। ਜੇ ਕੋਈ ਡਿਸੇਬਲ ਹੈ, ਬਿਮਾਰ ਹੈ, ਜਾਂ ਉਹਦੇ ਕੋਲ ਕੰਮ ਬਿਲਕੁਲ ਵਾਸਤਵ ਵਿੱਚ ਨਹੀਂ ਹੈ, ਤਾਂ ਜੋ ਗਵਰਨਮੈਂਟ ਵੱਲੋਂ ਭੱਤਾ ਮਿਲਦਾ ਹੈ, ਮਾਇਆ ਮਿਲਦੀ ਹੈ, ਉਹ ਲੈਣੀ ਚਾਹੀਦੀ, ਉਹਦਾ ਹੱਕ ਹੈ। ਲੇਕਿਨ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਚੋਰੀ ਕੰਮ ਵੀ ਕਰਦੇ ਨੇ ਔਰ ਨਾਲ ਲਿਖਾਇਆ ਹੈ ਕਿ ਮੇਰੇ ਕੋਲ ਕੰਮ ਨਹੀਂ ਹੈ, ਜਾਂ ਮੈਂ ਡਿਸੇਬਲ ਹਾਂ, ਜਾਂ ਮੈਂ ਕੁਛ ਹਾਂ। ਤਾਂ ਇਹ ਵਿਗੜਿਆ ਹੋਇਆ ਰੂਪ ਹੈ ਨਾ, ਇਸੇ ਨੂੰ ਵਿਗੜਿਆ ਰੂਪ ਕਹਿੰਦੇ ਨੇ। ਇਹਨਾਂ ਦੇਸ਼ਾਂ ਵਿੱਚ ਵੀ ਕਰਪਸ਼ਨ ਹੈ ਹੀ ਹੈ ਨਾ, ਜਿੰਨਾ ਕਰ ਸਕਦਾ ਕੋਈ ਉਹਨਾਂ ਕਰ ਜਾਂਦਾ। ਇਹ ਵਿਗੜੇ ਹੋਏ ਰੂਪ ਦੀਆਂ ਨਿਸ਼ਾਨੀਆਂ ਨੇ। ਧਰਮ ਦੇ ਨਾਮ ਦੇ ਉੱਤੇ ਕਿੰਨਾ ਅੰਧ ਵਿਸ਼ਵਾਸ ਹੈ ਨਾ। ਭੂਤਾਂ ਪ੍ਰੇਤਾਂ ਦੇ ਨਾਮ ਤੇ, ਜੋਤਿਸ਼ ਦੇ ਨਾਮ ਤੇ, ਜਿਹੜੀਆਂ ਚੀਜ਼ਾਂ ਹੈ ਹੀ ਨਹੀਂ, ਉਹਨਾਂ ਦੇ ਨਾਮ ਤੇ ਲੋਕਾਂ ਨੂੰ ਲੁੱਟਣਾ, ਇਹ ਬੰਦੇ ਦਾ ਵਿਗੜਿਆ ਹੋਇਆ ਰੂਪ ਹੀ ਤੇ ਹੈ। ਧਰਮ ਨੂੰ ਦੁਕਾਨਦਾਰੀ ਬਣਾ ਦੇਣੀ ਬੰਦੇ ਦਾ ਰੂਪ ਹੀ ਤੇ ਹੈ, ਵਿਗੜਿਆ ਰੂਪ ਹੀ ਤੇ ਹੈ। ਬਾਹਰੋਂ ਧਾਰਮਿਕ ਪਹਿਨਾਵੇ ਪਹਿਨ ਕੇ ਤੇ ਧਰਮ ਵਾਲੇ ਕਰਮ ਨਾ ਕਰਨੇ, ਵਿਗੜਿਆ ਹੋਇਆ ਰੂਪ ਸਾਹਮਣੇ ਹੈ। ਰਾਜਨੀਤਿਕ ਲੋਕ ਨੇ ਤਾਂ ਉਹਨਾਂ ਦਾ ਵਿਗੜਿਆ ਹੋਇਆ ਰੂਪ ਸਾਡੇ ਸਾਹਮਣੇ ਹੈ। ਸੀਮਾਵਾਂ ਦੇ ਝਗੜੇ ਖਤਮ ਹੋਣੇ ਚਾਹੀਦੇ ਨੇ। ਇਹ ਸਾਰਾ ਸੰਸਾਰ ਇੱਕ ਦੇਸ਼ ਦੀ ਤਰ੍ਹਾਂ ਹੁਲਣਾ ਚਾਹੀਦਾ ਹੈ, ਲੇਕਿਨ ਐਸਾ ਨਹੀਂ ਨਾ। ਇਹ ਵਿਗੜਿਆ ਹੋਇਆ ਰੂਪ ਹੈ ਬੰਦੇ ਦਾ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਤੂੰ ਆਪਣੇ ਸਤਿਗੁਰ ਨੂੰ ਮਨਾ ਲਵੇਂ ਤਾਂ ਤੇਰਾ ਰੂਪ ਬੜਾ ਸੋਹਣਾ ਹੋ ਜਾਏਗਾ। ਜੇ ਅਸੀਂ ਪਰਿਵਾਰਕ ਜ਼ਿੰਦਗੀ ਵਿੱਚ ਵੇਖੀਏ, ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣ ਰਹੀ, ਤਾਂ ਇਹ ਬੰਦੇ ਦਾ ਵਿਗੜਿਆ ਹੋਇਆ ਰੂਪ ਹੀ ਤੇ ਹੈ ਨਾ। ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਹੋਣ ਲੇਕਿਨ ਆਪਸ ਵਿੱਚ ਬਣੇ ਨਾ, ਬੱਚੇ ਮਾਪਿਆਂ ਦੀ ਪਰਵਾਹ ਨਾ ਕਰਨ, ਤਾਂ ਇਹ ਵਿਗੜਿਆ ਹੋਇਆ ਰੂਪ ਹੀ ਤੇ ਹੈ। ਭਰਾ ਭਰਾਵਾਂ ਨੂੰ ਕਤਲ ਕਰ ਰਹੇ, ਹੁਣ ਵਿਗੜਿਆ ਹੋਇਆ ਰੂਪ ਹੀ ਤੇ ਹੈ। ਸੋਹਣਾ ਰੂਪ ਥੋੜਾ। ਹੁਣ ਬਾਹਰੋਂ ਜਿੰਨਾ ਮਰਜ਼ੀ ਮੇਕਅਪ ਕਰੀ ਰੱਖੋ, ਬ੍ਰਾਂਡਡ ਕੱਪੜੇ ਪਾਈ ਜਾਓ, ਧਾਰਮਿਕ ਕੱਪੜੇ ਪਾ ਲਓ, ਆਪਣੇ ਆਪ ਨੂੰ ਸਜਾ ਸਵਾਰ ਲਓ, ਬੜੇ ਚੰਗੇ ਚੰਗੇ ਮਹਿਲ ਬਣਾ ਲਓ, ਉਹਨਾਂ ਦੇ ਚੰਗੇ ਚੰਗੇ ਡਿਜ਼ਾਈਨ ਬਣਾ ਲਓ, ਬੰਦੇ ਦਾ ਵਿਗੜਿਆ ਹੋਇਆ ਰੂਪ ਤੇ ਸਾਹਮਣੇ ਹੈ, ਚਾਰ ਚੁਫੇਰੇ। ਤਾਂ ਗੁਰੂ ਜੀ ਬੰਦੇ ਦਾ ਇੱਕ ਸੋਹਣਾ ਸੁੰਦਰ ਰੂਪ ਵੇਖਣਾ ਚਾਹੁੰਦੇ ਨੇ, ਉਹ ਰੂਪ ਜੋ ਰੱਬ ਵਰਗਾ ਹੋ, ਮਨ ਤੋਂ ਜੋਤ ਸਰੂਪ ਹੈ, ਉਹ ਰੂਪ ਬਣ ਸਕਦਾ ਹੈ, ਉਹ ਪੋਸੀਬਿਲਿਟੀ ਹੈ।
ਲੇਕਿਨ ਬਣੇਗਾ ਤਾਂ ਜੇ ਸਤਿਗੁਰੂ ਨੂੰ ਮਨਾ ਲੇਗਾ। ਸਤਿਗੁਰੂ ਆਪਣਾ ਮਨਾਏ ਲੈ, ਤੂੰ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ। ਗੁਰੂ ਦੇ ਦੱਸੇ ਰਾਹ ਤੇ ਤੁਰ, ਰੂਪ ਚੜੀ ਤਾਂ ਅਗਲਾ, ਫਿਰ ਤੇਰੇ ਤੇ ਬਹੁਤ ਰੂਪ ਚੜੇਗਾ, ਬਹੁਤ ਸੁੰਦਰ तेरा जीवन हो जाएगा। तेरे बोल, तेरा बिहेवियर, तेरी मानसिकता, तेरा परिवारक जीवन, तेरा ਇਹ ਸਮਾਜ ਦੂਜਾ ਨਾ ਹੀ ਥਾਉ। ਗੁਰੂ ਜੀ ਕਹਿੰਦੇ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਤੋਂ ਬਿਨਾ ਦੂਜਾ ਕੋਈ ਥਾਂ ਨਹੀਂ ਜਿੱਥੋਂ ਤੇਰਾ ਰੂਪ ਸੁਧਰ ਸਕੇ। ਕੋਈ ਦੂਜਾ ਥਾਂ ਨਹੀਂ ਕਿ ਤੂੰ ਤੀਰਥਾਂ ਤੇ ਜਾਏ ਤੇ ਤੇਰਾ ਰੂਪ ਬਦਲ ਜਾਏ, ਬਾਬਿਆਂ ਨੂੰ ਮੱਥੇ ਟੇਕੇ ਤੇ ਤੇਰੇ ਰੂਪ ਦੇ ਅੰਦਰ ਬਦਲਾਵ ਆ ਜਾਏ, ਵਰਤ ਰੱਖੇ, ਸਰਾਧ ਕਰੇ, ਮੜੀਆਂ ਕਬਰਾਂ ਨੂੰ ਪੂਜੇ, ਜਾਂ ਤੂੰ ਸਮਾਧੀਆਂ ਲਾਵੇਂ। ਇਹਨਾਂ ਕੰਮਾਂ ਦੇ ਨਾਲ ਰੂਪ ਨਹੀਂ ਬਦਲਣਾ ਪਿਆਰਿਆ। ਦੂਜਾ ਥਾਂ ਹੈ ਹੀ ਨਹੀਂ, ਇੱਕੋ ਹੀ ਥਾਂ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਜ਼ਿੰਦਗੀ ਜੀਣੀ। ਐਸਾ ਸ਼ਿੰਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ, ਅਹਨਿਸ ਲਾਗੈ ਪਾਓ। ਅਹਨਿਸ ਦਾ ਮਤਲਬ ਦਿਨ ਰਾਤ, ਇਹ ਦਾ ਮਤਲਬ ਦਿਨ, ਨਿਸ ਦਾ ਮਤਲਬ ਰਾਤ। ਹੁਣ ਅਸੀਂ ਸ਼ਿੰਗਾਰ ਬਣਾਉਂਦੇ ਹਾਂ ਨਾ ਆਪੋ ਆਪਣੇ ਹਿਸਾਬ ਨਾਲ। ਬੀਬੀਆਂ ਭੈਣਾਂ ਦੇ ਆਪਣੇ ਸ਼ਿੰਗਾਰ ਨੇ, ਬੰਦਿਆਂ ਦੇ ਆਪਣੇ ਸ਼ਿੰਗਾਰ ਨੇ, ਹਰ ਬੰਦਾ ਆਪਣੇ ਆਪ ਨੂੰ ਸ਼ਿੰਗਾਰਦਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹ ਤੇਰੇ ਸ਼ਿੰਗਾਰ ਤੇ ਰੋਜ਼ ਮੈਲੇ ਹੁੰਦੇ ਨੇ। ਮੇਕਅਪ ਜਿਹੜਾ ਹੈ ਹੁਣ ਕਰਾ ਕੇ ਆਏ ਹੋ ਤੇ ਸ਼ਾਮ ਤੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਨਾ। ਕਿੰਨੀ ਕੁ ਵਾਰੀ ਕਰਾਓਗੇ ਮੇਕਅਪ? ਬੰਦਾ ਹੈ ਸੱਜ ਸੰਵਰ ਕੇ ਨਿਕਲਦਾ ਹੈ, ਬਾਹਰ ਨਿਕਲਦਾ ਹੈ, ਕੱਪੜੇ ਮੈਲੇ ਹੋ ਜਾਂਦੇ ਨੇ। ਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਸ਼ਿੰਗਾਰ ਬਣਾ ਕਦੇ ਮੈਲਾ ਨਾ ਹੋਵੇ। ਜਿਹੜੇ ਤੂੰ ਹਾਰ ਸ਼ਿੰਗਾਰ ਲਾਈ ਫਿਰਦਾ ਤੇ ਮੈਲੇ ਹੋ ਗਏ ਨੇ, ਤੈਨੂੰ ਤੇਰੀ ਮੈਲ ਉਤਾਰ ਨਹੀਂ ਸਕੇ। ਵਰਤ, ਨਰਾਤੇ, ਸਰਾਧ ਇਹ ਸਾਡਾ ਸ਼ਿੰਗਾਰ ਹੈ ਨਾ। ਅਸੀਂ ਸ਼ਿੰਗਾਰ ਕਰ ਰਹੇ ਹਾਂ ਕੰਮਾਂ ਦਾ, ਪਾਠ ਪੂਜਾ ਵਗੈਰਾ ਸਾਡੀ ਵਿਖਾਵੇ ਦੀਆਂ ਸਮਾਧੀਆਂ, ਵਿਖਾਵੇ ਦੇ ਸਾਡੇ ਤੀਰਥ ਸਥਾਨ, ਵਿਖਾਵੇ ਦੇ ਦਾਨ ਪੁੰਨ ਆਦਿ, ਇਹ ਬੰਦੇ ਨੇ ਸ਼ਿੰਗਾਰ ਬਣਾਏ ਨੇ ਨਾ ਕਰਮ ਕਾਂਡ। ਦੂਜੇ ਨੰਬਰ ਤੇ ਆਪਣੇ ਸੁਭਾਅ ਦਾ ਸ਼ਿੰਗਾਰ ਕੀਤਾ ਹੈ, ਕ੍ਰੋਧ ਦਾ, ਈਰਖਾ ਦਾ, ਦਵੇਸ਼ ਦਾ, ਵੈਰ ਵਿਰੋਧ ਦਾ। ਇਹਨਾਂ ਸ਼ਿੰਗਾਰਾਂ ਨੇ ਤੇ ਮੈਲਾ ਕੀਤਾ ਹੋਇਆ ਬੰਦੇ ਨੂੰ। ਤਾਂ ਗੁਰੂ ਜੀ ਕਹਿੰਦੇ ਨੇ ਐਸਾ ਸ਼ਿੰਗਾਰ ਬਣਾ ਜਿਹੜਾ ਕਦੇ ਮੈਲਾ ਨਾ ਹੋਵੇ। ਆਪਣੀ ਸੋਚ ਨੂੰ ਇੰਨੀ ਸਾਫ਼ ਕਰ ਤੇ ਉਹ ਸ਼ਿੰਗਾਰ ਜਿਹੜਾ ਆਪਾਂ 6 ਗੱਲਾਂ ਰੋਜ਼ ਕਹਿੰਦੇ ਆ ਨਾ, ਉਹ ਇੱਕ ਬਹੁਤ ਵੱਡਾ ਸ਼ਿੰਗਾਰ ਹੈ ਕਿ ਆਪਣੀ ਜ਼ਬਾਨ ਨੂੰ ਸੱਚ ਔਰ ਮਿੱਠੇ ਪਿਆਰੇ ਬੋਲਾਂ ਨਾਲ ਸ਼ਿੰਗਾਰ। ਆਪਣੀਆਂ ਅੱਖਾਂ ਨੂੰ ਅੰਮ੍ਰਿਤਮਈ ਨਜ਼ਰ ਤੇਰੀ ਅੱਖਾਂ ਦੀ ਹੋਵੇ ਸ਼ਿੰਗਾਰ। ਆਪਣੇ ਕੰਨਾਂ ਨੂੰ ਸੱਚ ਸੁਣਨ ਦੇ ਨਾਲ ਸ਼ਿੰਗਾਰ। ਦਸਾਂ ਨਵਾਂ ਦੀ ਕਿਰਤ ਕਮਾਈ ਨਾਲ ਆਪਣੇ ਹੱਥਾਂ ਨੂੰ ਸ਼ਿੰਗਾਰ। ਸੱਚੇ ਰਾਹਾਂ ਤੇ ਤੁਰਨ ਨਾਲ ਆਪਣੇ ਪੈਰਾਂ ਨੂੰ ਸ਼ਿੰਗਾਰ। ਔਰ ਪੋਜ਼ਿਟਿਵਿਟੀ, ਸਕਾਰਾਤਮਕ ਸੋਚ ਦੇ ਨਾਲ ਆਪਣੇ ਮਨ ਨੂੰ ਸ਼ਿੰਗਾਰ। ਫਿਰ ਇਹ ਕਦੇ ਮੈਲਾ ਨਹੀਂ ਹੋਏਗਾ, ਫਿਰ ਤੇਰੀ ਜ਼ਿੰਦਗੀ ਵਿੱਚ ਕਦੇ ਮੈਲ ਨਹੀਂ ਆਏਗੀ। ਅਹਨਿਸ ਲਾਗੈ ਭਾਉ, ਦਿਨ ਰਾਤ ਤੇਰਾ ਪਿਆਰ ਪ੍ਰਭੂ ਦੇ ਨਾਲ ਬਣਿਆ ਰਹੇ। ਪਿਆਰ ਦੇ ਨਾਲ ਆਪਣੇ ਆਪ ਨੂੰ ਰੰਗ, ਸੱਚ ਦੇ ਨਾਲ ਆਪਣੇ ਆਪ ਨੂੰ ਰੰਗ। ਇਹ ਸੱਚ ਔਰ ਪਿਆਰ ਐਸਾ ਰੰਗ ਹੈ, ਐਸਾ ਸ਼ਿੰਗਾਰ ਹੈ, ਜੇ ਇਹਦੇ ਨਾਲ ਤੂੰ ਆਪਣੇ ਆਪ ਨੂੰ ਰੰਗ ਲਵੇਂ ਤਾਂ ਇਹ ਸ਼ਿੰਗਾਰ ਕਦੇ ਤੇਰਾ ਮੈਲਾ ਨਹੀਂ ਹੋਵੇਗਾ ਔਰ ਤੈਨੂੰ ਵੀ ਕਦੇ ਮੈਲਾ ਨਹੀਂ ਹੋਣ ਦੇਵੇਗਾ। ਤੇਰੀ ਜ਼ਿੰਦਗੀ ਦੇ ਅੰਦਰ ਪਵਿੱਤਰਤਾ ਰਹੇਗੀ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੈ ਮਾਹੇ ਸਮਾਏ। ਜੋ ਸੁਹਾਗਣ ਹੈ ਉਹਦਾ ਚਿਹਨ ਕੀ, ਉਹਦੀ ਨਿਸ਼ਾਨੀ ਕੀ ਹੈ? ਚਿਹਨ ਦਾ ਮਤਲਬ ਨਿਸ਼ਾਨੀ, ਲਕਸ਼ਣ। ਕਿ ਜੋ ਸੁਹਾਗਣ ਹੈ ਉਹਦੀ ਨਿਸ਼ਾਨੀ ਕੀ ਹੈ? ਜਿਵੇਂ ਆਮ ਜੋ ਦੁਨੀਆ ਦੀ ਮਿਸਾਲ ਲਈਏ ਤਾਂ ਸੁਹਾਗਣ ਔਰਤ ਦੀ ਨਿਸ਼ਾਨੀ ਇਹ ਹੈ ਕਿ ਉਹ ਆਚਰਨਹੀਨ ਨਹੀਂ ਹੈ, ਉਹ ਪਤੀਵਰਤਾ ਧਰਮ ਵਿੱਚ ਪੱਕੀ ਹੈ। ਤੇ ਦੁਹਾਗਣ ਦੀ ਨਿਸ਼ਾਨੀ ਇਹ ਹੈ ਕਿ ਉਹ ਪਤੀ ਤੋਂ ਇਲਾਵਾ ਕਿਤੇ ਹੋਰ ਵੀ ਸੰਬੰਧ ਬਣਾ ਕੇ ਰੱਖਦੀ ਹੈ, ਪਤੀ ਨੂੰ ਛੱਡ ਦਿੱਤਾ ਹੈ ਜਾਂ ਸੰਬੰਧ ਹੋਰ ਬਣਾਉਂਦੀ ਹੈ, ਉਹ ਦੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਦੀ ਨਿਸ਼ਾਨੀ ਇਹ ਹੈ ਕਿ ਪਤੀਵਰਤਾ ਧਰਮ ਵਿੱਚ ਪੱਕੀ ਹੈ। ਇਸੇ ਤਰ੍ਹਾਂ ਬੰਦਾ ਵੀ। ਤਾਂ ਇੱਥੇ ਸੁਹਾਗਣ ਦਾ ਮਤਲਬ ਜੋ ਰੱਬ ਦੇ ਨਾਲ ਮਿਲਿਆ ਹੋਇਆ ਹੈ, ਜੋ ਅਸਲੀ ਧਰਮੀ ਪੁਰਸ਼ ਹੈ, ਜੋ ਅਸਲੀ ਰੱਬ ਦਾ ਪਿਆਰਾ ਹੈ, ਉਹਦੀ ਨਿਸ਼ਾਨੀ ਕੀ ਹੈ? ਜਿਹਨੇ ਰੱਬ ਨੂੰ ਪਾ ਲਿਆ, ਜਾਂ ਜਿਹਨੇ ਰੱਬ ਨੂੰ ਪਾਣਾ ਹੈ, ਜਾਂ ਜਿਹੜਾ ਵੱਡੇ ਭਾਗਾਂ ਵਾਲਾ ਹੈ, ਜਾਂ ਜਿਸ ਦੇ ਅੰਦਰ ਇਨਸਾਨੀਅਤ ਹੈ, ਜਾਂ ਜੋ ਆਤਮਿਕ ਜ਼ਿੰਦਗੀ ਜੀ ਰਿਹਾ ਹੈ। ਜਿਹੜੇ ਵੀ ਸ਼ਬਦ ਨਾਲ ਸਮਝ ਆ ਜਾਏ ਉਹ ਸ਼ਬਦਾਵਲੀ ਵਰਤ ਸਕਦੇ। ਭਾਗਾਂ ਵਾਲਾ, ਉੱਚਾ, ਮਹਾਨ, ਜਿਹਦਾ ਜੀਵਨ ਮੁਬਾਰਕ ਹੈ, ਉਹਦੀ ਨਿਸ਼ਾਨੀ ਕੀ ਹੈ? ਸੁਹਾਗਣ ਕਾ ਕਿਆ ਚਿਹਨ ਹੈ, ਕੀ ਨਿਸ਼ਾਨੀ ਹੈ ਸੁਹਾਗ ਭਾਗ ਵਾਲੀ ਜੀਵ ਇਸਤਰੀ ਦੀ? ਗੁਰੂ ਜੀ ਕਹਿੰਦੇ ਨੇ ਅੰਦਰ ਸੱਚ ਮੁਖ ਉਜਲਾ,
ਖਸਮੇ ਮਾਹੇ ਸਮਾਏ, ਉਹਦੀ ਨਿਸ਼ਾਨੀ ਹੈ ਕਿ ਉਹਦੇ ਅੰਦਰ ਸੱਚ ਹੈ, ਉਹਦੀ ਮਾਨਸਿਕਤਾ ਸੱਚੀ ਹੈ, ਉਹਦੀ ਮੈਂਟੈਲਿਟੀ ਵਿੱਚ ਸੱਚ ਹੈ। ਮੁਖ ਉਜਲਾ, ਉਹਦਾ ਮੁਖ ਉਜਵਲ ਹੈ, ਯਾਨੀ ਜੋ ਉਹਦੇ ਬੋਲ ਨੇ ਉਹ ਵੀ ਸੱਚੇ ਨੇ। ਖਸਮੇ ਮਾਹੇ ਸਮਾਏ, ਕਿ ਉਹ ਪਤੀ ਦੇ ਵਿੱਚ ਸਮਾ ਕੇ ਪਤੀ ਦਾ ਰੂਪ ਹੀ ਹੋ ਜਾਂਦੀ ਹੈ। ਰੱਬ ਦੇ ਅੰਦਰ ਉਹਦੀ ਸੁਰਤ ਸਮਾ ਕੇ ਰੱਬ ਵਰਗਾ ਹੀ ਉਹ ਹੋ ਜਾਂਦਾ ਹੈ। ਇਹ ਸੁਹਾਗ ਭਾਗ ਵਾਲੀ ਜੀਵ ਇਸਤਰੀ ਦੇ ਲੱਛਣ ਨੇ। ਯਾਨੀ ਜਿਨ੍ਹਾਂ ਇਨਸਾਨਾਂ ਦਾ ਜੀਵਨ ਮੁਬਾਰਕ ਹੈ, ਜੋ ਮਹਾਨ ਨੇ, ਜੋ ਰੱਬ ਦੇ ਪਿਆਰੇ ਨੇ ਜਾਂ ਰੱਬ ਦਾ ਪਿਆਰ ਪਾਣਾ ਚਾਹੁੰਦੇ ਨੇ, ਉਹਨਾਂ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਦੇ ਅੰਦਰ ਸੱਚ ਹੁੰਦਾ ਹੈ, ਉਹਨਾਂ ਦੀ ਸੋਚ ਸੱਚੀ ਹੈ, ਉਹਨਾਂ ਦਾ ਚਿਹਰਾ ਉਜਵਲ ਹੈ, ਉਹ ਕਿਤੇ ਵੀ ਜਾਣ ਮਾਨ ਸਤਿਕਾਰ ਵਾਲੇ ਹੁੰਦੇ ਹਨ, ਔਰ ਉਹਨਾਂ ਦੇ ਬੋਲ ਸੱਚੇ ਨੇ, ਔਰ ਉਹ ਹਮੇਸ਼ਾ ਰੱਬ ਦੇ ਅੰਦਰ ਹੀ ਸਮਾਏ ਰਹਿੰਦੇ ਨੇ। ਮਹਿਲਾ ਤੀਜਾ, ਲੋਕਾ ਵੇ ਹੋ ਸੁਹ ਵੀ ਸੁਹਾ ਵੇਸ਼ ਕਰੀ। ਲੋਕਾ, ਇਹਨੂੰ ਬਿੰਦੀ ਲਾ ਕੇ ਨਹੀਂ ਪੜਨਾ, ਲੋਕਾਂ ਨਹੀਂ, ਲੋਕਾ। ਲੋਕਾ ਵੇ ਹੋ ਸੁਹ ਵੀ ਸੁਹਾ ਵੇਸ਼ ਕਰੀ। हे ਲੋਕੋ, ਮੈਂ ਨਿਰੇ ਸੂਹੇ ਵੇਸ਼ ਵਾਲੀ ਹਾਂ, ਤੇ ਮੈਂ ਨਿਰਾ ਸੂਹਾ ਵੇਸ਼ ਕਰਦੀ ਹਾਂ, ਲਾਲ ਰੰਗ ਦੇ ਕੱਪੜੇ ਸਿਰਫ ਪਾਏ ਨੇ। ਮੀਨਸ ਕਿ ਮੈਂ ਬਾਹਰੀ ਪਹਿਨਾਵਾ ਪਹਿਨਿਆ ਹੋਇਆ ਹੈ, ਮੈਂ ਸਿਰਫ ਪਹਿਨਾਵਾ ਪਹਿਨਿਆ। ਤੇ ਪਹਿਨਾਵਾ ਕਿਹੜਾ ਪਹਿਨਿਆ? ਸੁਹਾਗਣ ਵਾਲਾ। ਜਿਵੇਂ ਸੁਹਾਗਣਾ ਵਿਆਹ ਵਾਲੀਆਂ ਕੁੜੀਆਂ ਸੂਟ ਪਾਉਂਦੀਆਂ ਨੇ, ਜਿਹੜੇ ਉਹਨਾਂ ਦਾ ਵੇਸ਼ ਭੂਸ਼ਾ ਹੈ, ਵੇਸ਼ ਭੂਸ਼ਾ ਸੁਹਾਗਣ ਵਾਲੀ ਪਾਈ ਹੈ। ਕੱਪੜੇ ਉਹ ਹੀ ਪਾਏ ਨੇ ਜੋ ਆਚਰਨ ਦੇ ਉੱਚੇ ਸੁੱਚੇ ਆਚਰਨ ਵਾਲੀ ਔਰਤ ਪਾਉਂਦੀ ਹੈ, ਕੱਪੜੇ ਉਹ ਪਾਏ ਨੇ, ਲੇਕਿਨ ਆਚਰਨਹੀਣ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਲੋਕਾ ਵੇ ਹੋ ਸੂਹ ਵੀ, ਕਿ हे ਲੋਕੋ, ਮੈਂ ਕੇਵਲ ਸੂਹੇ ਵੇਸ਼ ਵਾਲੀ ਹਾਂ, ਨਿਰੇ ਕੱਪੜੇ ਹੀ ਪਾਉਂਦੀ ਹਾਂ, ਪਰ ਵੇਸ਼ੀ ਸਹੁ ਨਾ ਪਾਈਐ, ਕਰ ਕਰ ਵੇਸ਼ ਰਹੀ। ਪਰ ਨਿਰੇ ਵੇਸ਼ਾਂ ਨਾਲ ਰੱਬ ਨਹੀਂ ਮਿਲਦਾ, ਮੈਂ ਵੇਸ਼ ਕਰ ਕਰਕੇ ਥੱਕ ਗਈ ਹਾਂ। ਉਹ ਵੇਸ਼ ਕਿਹੜੇ ਨੇ? ਜਿੰਨੇ ਵੀ ਆ ਧਾਰਮਿਕ ਪਹਿਨਾਵੇ ਨੇ। ਕਿਸੇ ਨੇ ਜੋਗੇ ਪਾ ਲਏ, ਕਿਸੇ ਨੇ ਭਗਵੇਂ ਪਾ ਲਏ, ਕਿਸੇ ਨੇ ਚਿੱਟੇ ਪਾ ਲਏ, ਕਿਸੇ ਨੇ ਕਾਲੇ ਪਾ ਲਏ, ਪੀਲੇ ਪਾ ਲਏ, ਨੀਲੇ ਪਾ ਲਏ। ਕਿੰਨੇ ਸਾਰੇ ਵੇਸ਼ ਨੇ, ਕਿੰਨੇ ਸਾਰੇ ਧਾਰਮਿਕ ਚਿੰਨ੍ਹ ਨੇ, ਧਾਰਮਿਕ ਪਹਿਨਾਵੇ ਨੇ। ਤਾਂ ਨਿਰੇ ਪਹਿਨਾਵਿਆਂ ਨਾਲ ਤੇ ਰੱਬ ਨਹੀਂ ਨਾ ਮਿਲਦਾ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼। ਹੁਣ ਧਾਰਮਿਕ ਪਹਿਨਾਵਾ ਪਹਿਨ ਕੇ ਤਾਂ ਮੈਂ ਵੀ ਬੈਠਾ, ਤਾਂ ਕੀ ਕੇਵਲ ਧਾਰਮਿਕ ਪਹਿਨਾਵਾ ਪਹਿਨਣ ਦੇ ਨਾਲ ਰੱਬ ਮਿਲ ਜਾਏਗਾ? ਮੇਰਾ ਮਤਲਬ ਇਹ ਨਹੀਂ ਕਿ ਧਾਰਮਿਕ ਪਹਿਨਾਵਾ ਕੋਈ ਨਾ ਪਹਿਨੇ, ਗੱਲ ਇਹ ਹੋ ਰਹੀ ਹੈ ਕਿ ਨਿਰਾ ਪਹਿਨਾਵਾ, ਨਿਰਾ ਵੇਸ਼, ਬਾਹਰੋਂ ਪਹਿਨਾਵਾ, ਬਾਹਰੋਂ ਵੇਸ਼, ਬਾਹਰੋਂ ਵਿਖਾਵਾ, ਅੰਦਰ ਕੁਛ ਵੀ ਨਹੀਂ। ਬਾਹਰੋਂ ਮੈਂ ਧਾਰਮਿਕ ਪਹਿਨਾਵਾ ਪਹਿਨਿਆ ਹੈ, ਲੇਕਿਨ ਜੋ ਗੁਰੂ ਜੀ ਸਿੱਖਿਆ ਦੇ ਰਹੇ ਨੇ ਉਹਦੇ ਤੇ ਮੈਂ ਇੱਕ ਤੇ ਵੀ ਅਮਲ ਨਹੀਂ ਕਰ ਰਿਹਾ, ਤਾਂ ਇਹ ਤਾਂ ਸਗੋਂ ਹੋਰ ਮਾੜੀ ਗੱਲ ਹੋ ਗਈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਸਿਰਫ ਵੇਸ਼ ਕਰ ਰਿਹਾ, ਤੇ ਵੇਸ਼ਾਂ ਦੇ ਨਾਲ ਰੱਬ ਮਿਲਦਾ ਨਹੀਂ, ਮੈਂ ਬੜੇ ਵੇਸ਼ ਕਰ ਕਰਕੇ ਥੱਕ ਗਈ ਹਾਂ। ਯਾਨੀ ਇਸ ਦੁਨੀਆ ਦੇ ਅੰਦਰ ਆਮ ਲੋਕ ਬਾਹਰੀ ਵਿਖਾਵਾ ਕਰ ਰਹੇ ਨੇ, ਤੇ ਬਾਹਰੀ ਵਿਖਾਵਿਆਂ ਦੇ ਨਾਲ ਨਾ ਰੱਬ ਮਿਲਦਾ ਹੈ, ਨਾ ਸ਼ਾਂਤੀ ਮਿਲਦੀ ਹੈ, ਨਾ ਖੁਸ਼ੀ ਮਿਲਦੀ ਹੈ, ਨਾ ਆਤਮਿਕ ਜੀਵਨ ਵਿੱਚ ਵਿਕਾਸਤਾ ਹੁੰਦੀ ਹੈ। ਨਾਨਕ ਤਿਨੀ ਸ਼ਹੁ ਪਾਇਆ, ਜਿਨੀ ਗੁਰ ਕੀ ਸਿੱਖ ਸੁਣੀ। ਇੱਥੇ ਸਿੱਖ ਦਾ ਮਤਲਬ ਹੈ ਸਿੱਖਿਆ, ਸ਼ਹੁ ਦਾ ਮਤਲਬ ਪ੍ਰਭੂ। ਉਹਨਾਂ ਨੇ ਹੀ ਖਸਮ ਪ੍ਰਭੂ ਨੂੰ ਪਾਇਆ ਹੈ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਸੁਣੀ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਅਮਲ ਕੀਤਾ ਹੈ। ਗੁਰੂ ਦੀ ਸਿੱਖਿਆ ਸੁਣੀ ਹੈ ਕਿ ਇਹ ਰਾਸਤਾ ਹੈ ਪ੍ਰਭੂ ਮਿਲਾਪ ਦਾ, ਇਹ ਹੈ ਵੇ ਆਫ ਲਾਈਫ, ਇਹ ਹੈ ਜੀਵਨ ਦਾ ਢੰਗ, ਜਿਹੜਾ ਜੀਵਨ ਢੰਗ ਸਾਨੂੰ ਪ੍ਰਭੂ ਤੱਕ ਲੈ ਜਾਂਦਾ। ਤਾਂ ਉਹਨਾਂ ਨੇ ਰੱਬ ਨੂੰ ਪਾਇਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਸੁਣੀ ਹੈ। ਇਸ ਲਈ ਅਸੀਂ ਗੁਰਬਾਣੀ ਨੂੰ ਆਪ ਪੜ੍ਹਨਾ ਹੈ, ਗੁਰਬਾਣੀ ਨੂੰ ਆਪ ਵਿਚਾਰਨਾ ਹੈ, ਔਰ ਗੁਰਬਾਣੀ ਦੇ ਦੱਸੇ ਰਾਹ ਤੇ ਤੁਰਨਾ ਹੈ। ਸਾਡੀ ਪ੍ਰੋਬਲਮ ਇਹ ਰਹੀ, ਬਹੁਤਿਆਂ ਦੀ, ਸਾਰਿਆਂ ਦੀ ਨਹੀਂ, ਬਹੁ ਗਿਣਤੀ ਦੀ ਪ੍ਰੋਬਲਮ ਇਹ ਰਹੀ ਕਿ ਮੱਥਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ, ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹੀ ਪੜ੍ਹਾਈ, ਲੇਕਿਨ ਮੰਨੀ ਗੱਲ ਕਿਸੇ ਬਾਬੇ ਦੀ ਮੰਨੀ, ਮਰਿਆਦਾ ਕਿਸੇ ਹੋਰ ਦੀ ਮੰਨੀ, ਗੱਲ ਕਿਸੇ ਜੋਤਸ਼ੀ ਦੀ ਮੰਨ ਲਈ, ਤੇਲ ਕਿਤੇ ਸ਼ਨੀਚਰਵਾਲ ਵਾਲੇ ਦੇ ਪੀਪੇ ਚ ਪਾਉਣ ਵਾਸਤੇ ਤੁਰੇ ਫਿਰਦੇ ਆ। ਪ੍ਰੋਬਲਮ ਇੱਥੇ ਹੈ। ਗੁਰੂ ਦੀ ਸਿੱਖਿਆ ਸੁਣਨੀ ਸੀ, ਗੁਰੂ ਨਾਲ ਜੁੜਨਾ ਸੀ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਸੀ। ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਜਦੋਂ ਜੀਵ ਇਸ ਅਵਸਥਾ ਤੇ ਅੱਪੜ ਜਾਂਦਾ ਹੈ ਨਾ ਕਿ ਜੋ ਪ੍ਰਭੂ ਨੂੰ ਪਾਉਂਦਾ ਹੈ ਉਹ ਹੀ ਹੁੰਦਾ ਹੈ। ਗੁਰੂ ਦੀ ਸਿੱਖਿਆ ਨਾਲ ਸਾਨੂੰ ਕੀ ਪਤਾ ਲੱਗਿਆ ਕਿ ਜੋ ਤਿਸ ਭਾਵੈ ਸੋ ਥੀਐ,
ਕਿ ਜੋ ਰੱਬ ਨੂੰ ਪਾਉਂਦਾ ਹੈ ਉਹ ਹੀ ਹੁੰਦਾ ਹੈ। ਮੀਨਸ ਕਿ ਇਸ ਦੁਨੀਆ ਦੇ ਵਿੱਚ ਰੱਬ ਦੀ ਰਜ਼ਾ ਹੈ, ਭਾਣਾ ਹੈ, ਹੁਕਮ ਹੈ। ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਇਸ ਗੱਲ ਦੀ ਸਮਝ ਆ ਗਈ ਗੁਰੂ ਪਾਸੋਂ ਕਿ ਇਸ ਦੁਨੀਆ ਦੇ ਅੰਦਰ ਰੱਬੀ ਹੁਕਮ ਵਰਤ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਇਸ ਗੱਲ ਦੀ ਸਮਝ ਆ ਗਈ ਤੇ ਫਿਰ ਬੰਦਾ ਹੁਕਮ ਦੇ ਅੰਦਰ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਨ ਵਿਦ ਕੰਤ ਮਿਲੀ, ਐਸ਼ ਢੰਗ ਦੇ ਨਾਲ ਜੀਵ ਜਿਹੜੀ ਇਸਤਰੀ ਹੈ ਉਹ ਪਤੀ ਨੂੰ ਮਿਲ ਪੈਂਦੀ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ ਨਾ, ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਗੁਰਬਾਣੀ ਰਾਹੀਂ ਸਮਝ ਆ ਗਈ, ਜੋ ਤਿਸ ਭਾਵੈ ਸੋ ਥੀ ਹੈ, ਕਿ ਇਸ ਦੁਨੀਆ ਵਿੱਚ ਉਹ ਵਾਪਰਦਾ ਹੈ ਜੋ ਰੱਬ ਦਾ ਹੁਕਮ ਹੈ, ਸਿਸਟਮ ਹੈ, ਲਾ ਆਫ ਨੇਚਰ ਹੈ। ਤੇ ਜਿਹੜਾ ਉਸ ਹੁਕਮ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਗੁਰਬਾਣੀ ਅਨੁਸਾਰ ਜੀਵਨ ਜਿੰਦਾ ਹੈ, ਇਨ ਬਿਦ ਕੰਤ ਮਿਲੀ, ਇਹ ਤਰੀਕਾ ਹੈ ਰੱਬ ਦੇ ਨਾਲ ਮਿਲਣ ਦਾ। ਬਿਦ ਦਾ ਮਤਲਬ ਤਰੀਕਾ। ਇਸ ਤਰੀਕੇ ਨਾਲ ਜੀਵ ਪ੍ਰਭੂ ਨੂੰ ਮਿਲ ਪੈਂਦਾ ਹੈ, ਭਾਵ ਕਿ ਉਹ ਰੱਬ ਦੇ ਵਿੱਚ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਪੌੜੀ ਹੁਕਮੀ ਸ੍ਰਿਸ਼ਟ ਸਾਜੀਆਂ ਬਹੁ ਪਿਤ ਸੰਸਾਰਾ। ਇੱਥੇ ਪਿਤ ਦਾ ਮਤਲਬ ਹੈ ਭਾਂਤੀ। ਭਾਂਤੀ ਦਾ ਮਤਲਬ ਤਰ੍ਹਾਂ ਦੀ, ਬਹੁ ਭਾਂਤ, ਬਹੁਤ ਤਰ੍ਹਾਂ ਦੀ। ਹੁਕਮੀ ਦਾ ਮਤਲਬ ਹੁਕਮ ਵਿੱਚ। ਪ੍ਰਭੂ ਨੇ ਇਹ ਸ੍ਰਿਸ਼ਟੀ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦੀ ਬਣਾਈ ਹੈ। ਇਹ ਸੰਸਾਰ, ਇਹ ਸ੍ਰਿਸ਼ਟੀ ਹੁਕਮ ਦੇ ਅੰਦਰ ਕਈ ਕਿਸਮਾਂ ਦਾ ਬਣਾਇਆ ਹੈ, ਕਈ ਤਰ੍ਹਾਂ ਦਾ ਹੈ। ਇੱਥੇ ਕਿੰਨਾ ਕੁਛ ਹੈ, ਕਿੰਨੇ ਕਿਸਮ ਦੀ ਵਨਸਪਤੀ ਹੈ, ਫੁੱਲ ਨੇ, ਫਲ ਨੇ, ਇਨਸਾਨ ਨੇ। ਕੋਈ ਇੱਕ ਬੰਦਾ ਦੂਜੇ ਬੰਦੇ ਵਰਗਾ ਨਹੀਂ। ਕਿਸੇ ਦੀ ਅਕਲ, ਕਿਸੇ ਦੀ ਸ਼ਕਲ, ਕਿਸੇ ਦੀ ਬੋਲਬਾਣੀ ਕਿਸੇ ਦੇ ਨਾਲ ਨਹੀਂ ਮਿਲਦੀ, ਆਵਾਜ਼ ਨਹੀਂ ਮਿਲਦੀ। ਇੱਕ ਪੱਤਾ ਰੁੱਖ ਦਾ ਦੂਜੇ ਪੱਤੇ ਵਰਗਾ ਨਹੀਂ, ਸਾਡੇ ਸਰੀਰ ਦਾ ਇੱਕ ਰੋਮ ਦੂਜੇ ਰੋਮ ਵਰਗਾ ਨਹੀਂ। ਕਿੰਨੇ ਕਿਸਮਾਂ ਦੀ ਇਹ ਸ੍ਰਿਸ਼ਟੀ, ਕਿੰਨੇ ਕਿਸਮਾਂ ਦਾ ਇਹ ਸੰਸਾਰ ਰੱਬੀ ਹੁਕਮ ਦੇ ਅੰਦਰ ਬਣਿਆ ਹੈ। ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰਾ। ਅਲਖ ਦਾ ਮਤਲਬ ਜੋ ਦਿਸਦਾ ਨਹੀਂ, ਅਪਾਰਾ ਦਾ ਮਤਲਬ ਪਾਰ ਤੋਂ ਰਹਿਤ, ਕੇਤੜਾ ਦਾ ਮਤਲਬ ਕਿੱਡਾ ਵੱਡਾ, ਜਾਪੀ ਦਾ ਮਤਲਬ ਜਾਪ ਦਾ ਨਹੀਂ, ਮਾਲੂਮ ਨਹੀਂ ਹੁੰਦਾ। ਜਾਪ ਦਾ ਮਤਲਬ ਹੁੰਦਾ ਹੈ ਜਾਣਨਾ, ਜਾਣਿਆ ਨਹੀਂ ਜਾਂਦਾ। ਤਾਂ ਹੇ ਸੱਚੇ, ਹੇ ਅਲਖ, ਹੇ ਬੇਅੰਤ ਪ੍ਰਭੂ, ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕਿੱਡਾ ਵੱਡਾ ਹੈ, ਕਿੱਡਾ ਬਲਵਾਨ ਹੈ। ਤੇਰੇ ਹੁਕਮ ਦਾ ਅੰਤ ਨਹੀਂ ਪਾਇਆ ਜਾਂਦਾ। ਇਕਨਾ ਨੂੰ ਤੂੰ ਮੇਲ ਲਹੈ, ਗੁਰ ਸ਼ਬਦ ਵਿਚਾਰਾ। ਕਈ ਜੀਵਾਂ ਨੂੰ ਗੁਰ ਸ਼ਬਦ ਵਿੱਚ ਜੋੜ ਕੇ ਤੂੰ ਆਪਣੇ ਨਾਲ ਮੇਲ ਲੈਣਾ ਹੈ। ਇਕਨਾ ਦਾ ਮਤਲਬ ਕਈਆਂ ਨੂੰ, ਮੇਲ ਲੈਣ ਦਾ ਮਤਲਬ ਮੇਲ ਲੈਣਾ ਹੈ, ਆਪਣੇ ਵਿੱਚ ਮਿਲਾ ਲੈਣਾ ਹੈ। ਤੇ ਮਿਲਾਨ ਦਾ ਢੰਗ ਕੀ ਹੈ? ਗੁਰ ਸ਼ਬਦ ਵਿਚਾਰਾ। ਗੁਰੂ ਸ਼ਬਦ ਦੇ ਵਿਚਾਰ ਦੀ ਰਾਹੀਂ, ਸ਼ਬਦ ਦੇ ਰਾਹੀਂ। ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ ਨਾ, ਮਤਲਬ ਸ਼ਬਦ ਦੇ ਰਾਹੀਂ। ਗੁਰ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਕਿਉਂਕਿ ਗੁਰ ਔਰ ਸ਼ਬਦ ਦੇ ਦਰਮਿਆਨ ਦਾ ਸ਼ਬਦ ਸੰਬੰਧ ਕੀ ਸਾਇਲੈਂਟ। ਇਕਨਾ ਨੂੰ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ। ਕਈ ਜੀਵਾਂ ਨੂੰ ਗੁਰ ਸ਼ਬਦ ਵਿੱਚ ਜੋੜ ਕੇ ਤੂੰ ਆਪਣੇ ਨਾਲ ਮਿਲਾ ਲੈਣਾ। ਤਾਂ ਦੇਖੋ ਇੱਥੇ ਫਿਰ ਗੱਲ ਸਪਸ਼ਟ ਹੋ ਰਹੀ ਹੈ ਕਿ ਰੱਬ ਦੇ ਮਿਲਾਪ ਦਾ ਸਾਧਨ ਇੱਕੋ ਗੁਰੂ ਦੀ ਸਿੱਖਿਆ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣਾ। ਸੱਚ ਰਤੇ ਸੇ ਨਿਰਮਲੇ, ਹਉਮੈ ਤਜ ਵਿਕਾਰਾ। ਹਉਮੈ ਰੂਪ ਵਿਕਾਰ ਤਿਆਗ ਕੇ ਜੋ ਸੱਚ ਦੇ ਅੰਦਰ ਰੰਗੇ ਗਏ ਨੇ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ। ਹੁਣ ਸੱਚ ਦੇ ਅੰਦਰ ਆਪਣੇ ਆਪ ਨੂੰ ਰੰਗਣ ਲਈ ਆਪਣੀ ਹਉਮੈ ਤਿਆਗਣੀ ਪਵੇਗੀ। ਜੇ ਆਪਣੀ ਬੰਦਾ ਵਿਚਾਰ, ਆਪਣੀ ਮੱਤ ਨਾ ਛੱਡੇ ਤਾਂ ਸੱਚ ਦੇ ਨਾਲ ਜੁੜਨਾ ਇੰਪੋਸੀਬਲ ਹੋ ਜਾਏਗਾ। ਕਈ ਵਾਰ ਸਾਨੂੰ ਪਤਾ ਹੁੰਦਾ ਕਿ ਦੂਜਾ ਬੰਦਾ ਸੱਚਾ ਹੈ, ਸੱਚ ਕਹਿ ਰਿਹਾ ਹੈ, ਮੈਂ ਗਲਤ ਹਾਂ, ਪਰ ਅਸੀਂ ਆਪਣੀ ਈਗੋ ਕਰਕੇ ਆਪਣੀ ਗਲਤੀ ਮੰਨਦੇ ਨਹੀਂ। ਤਾਂ ਜੇ ਦੂਜਾ ਬੰਦਾ ਮੈਨੂੰ ਕਹਿ ਰਿਹਾ ਕਿ ਵੀਰ ਤੂੰ ਇੱਥੋਂ ਗਲਤ ਹੈ, ਤਾਂ ਜੇ ਮੇਰੇ ਅੰਦਰ ਨਿਮਰਤਾ ਹੋਏਗੀ ਤਾਂ ਫਿਰ ਮੈਂ ਗਲਤੀ ਮੰਨ ਲਵਾਂਗਾ ਕਿ ਵਾਸਤਵ ਵਿੱਚ ਹੀ ਗਲਤ ਹਾਂ, ਪਰ ਮੇਰੀ ਈਗੋ ਮੈਨੂੰ ਗਲਤੀ ਮੰਨਣ ਵਾਸਤੇ ਨਹੀਂ ਇਜਾਜ਼ਤ ਦਿੰਦੀ। ਲੋਕ ਰਿਸ਼ਤੇ ਤੋੜ ਲੈਂਦੇ ਨੇ ਲੇਕਿਨ ਆਪਣੀ ਗਲਤੀ ਨਹੀਂ ਮੰਨਦੇ, ਬਹੁਤੇ ਲੋਕ, ਕਿਉਂਕਿ ਅੰਦਰ ਈਗੋ ਹੈ। ਨਿੱਕੀ ਨਿੱਕੀ ਈਗੋ ਕਿੱਡੇ ਵੱਡੇ ਵੱਡੇ ਰਿਸ਼ਤਿਆਂ ਨਾਤਿਆਂ ਨੂੰ ਤੋੜ ਦਿੰਦੀ ਹੈ। ਨਿੱਕੀ ਨਿੱਕੀ ਈਗੋ ਕਿਵੇਂ ਵੱਡੀਆਂ ਵੱਡੀਆਂ ਦਰਾਰਾਂ ਪਾ ਦਿੰਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਸੱਚ ਦੇ ਅੰਦਰ ਰੰਗੇ ਜਾਂਦੇ ਨੇ ਉਹ ਨਿਰਮਲ ਹੋ ਜਾਂਦੇ। ਉਹਨਾਂ ਦੇ ਅੰਦਰ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ, ਅਗਿਆਨਤਾ ਦੀ ਮੈਲ ਨਹੀਂ ਰਹਿੰਦੀ। ਉਹ ਹਉਮੈ ਨੂੰ ਛੱਡ ਦਿੰਦੇ ਨੇ, ਉਹ ਵਿਕਾਰਾਂ ਨੂੰ ਛੱਡ ਦਿੰਦੇ ਨੇ ਔਰ ਉਹ ਨਿਰਮਲ ਹੋ ਜਾਂਦੇ ਨੇ ਜੋ ਸੱਚ ਵਿੱਚ ਰੰਗੇ ਗਏ। ਜਿਸ ਤੂੰ ਮੇਲੈ ਸੋ ਤੁਧ ਮਿਲੈ, ਸੋਈ ਸਚਿਆਰਾ।
हे ਪ੍ਰਭੂ, ਜਿਸ ਨੂੰ ਤੂੰ ਮਿਲਾਂਦਾ ਹੈ ਉਹ ਤੈਨੂੰ ਮਿਲਦਾ ਹੈ, ਤੇ ਉਹ ਇਨਸਾਨ ਹੀ ਸਚਿਆਰਾ ਹੈ। ਸਚਿਆਰਾ ਦਾ ਮਤਲਬ ਸੱਚ ਦਾ ਘਰ ਹੈ, ਉਹ ਤੇਰੇ ਵਰਗਾ ਹੀ ਹੈ। ਰੱਬ ਨੂੰ ਵੀ ਸਚਿਆਰ ਕਿਹਾ ਹੈ ਨਾ, ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਤੂੰ ਸਚਿਆਰ ਹੈ। ਤੇ हे ਮਾਲਕ, ਜਿਹਨੂੰ ਤੂੰ ਮਿਲਾਂਦਾ ਹੈ ਉਹ ਤੇਰੇ ਨਾਲ ਮਿਲ ਜਾਂਦਾ ਹੈ, ਉਹ ਇਨਸਾਨ ਹੀ ਸਚਿਆਰਾ ਹੈ, ਉਹ ਤੇਰੇ ਵਰਗਾ ਹੀ ਹੈ। ਤੇ ਸਚਿਆਰ ਹੋਣਾ ਹੀ ਸਾਡੀ ਜ਼ਿੰਦਗੀ ਦਾ ਗੋਲ ਹੈ, ਸਚਿਆਰ ਹੋਣਾ ਹੀ ਸਾਡੇ ਜੀਵਨ ਦਾ ਏਮ ਹੈ, ਔਰ ਅਸੀਂ ਸਚਿਆਰ ਬਣਨਾ ਹੈ। ਤੇ ਉਹ ਇਨਸਾਨ ਸਚਿਆਰ ਹੋ ਜਾਂਦਾ ਹੈ ਜੋ ਪ੍ਰਭੂ ਦੀ ਰਜ਼ਾ ਔਰ ਭਾਣੇ ਦੇ ਅੰਦਰ ਚੱਲਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।